जो जियों जाने तिस अंतर रवे हर नाम बाणी गुरु। गुरु है बाणी विच बाणी अमृत सारे। गुर बाणी कहे सेवक जन मानै परतख गुरु निस्तारे। बाणी बिरलो विचारसी जे को गुरमुख होए। एह बाणी महापुरख की निज कर वासा होए। श्री राग महला तीजा बहुत देख कर परमाइय मन हृदय कपट कमाए। हार का महल न पावई मार विष्टा माहे समाए। मन रे गिरही माहे उदास सच संयम करणी सो करे। गुरमुख होए परगास रहाओ। गुर के शब्द मन जीते गत मुक्त कर मैं पाए। हर का नाम त्याइए सत संगत मेल मिलाए। जे लख स्त्रियां भोग करैं नाव खंड राज कमाहें। बिन सत गुर सुख ना पावई फिर फिर जोनी पाहें। हर हार कंठ जिनी पहरिया गुर चरणी चित लाए। तिना पिछे रिद सिद्ध फिरै ओना तिल ना तमाए। जो प्रभ पावै सो थियै अवर न करना जाए। जन नानक जीवै नाम लै हर देवो सहज सुभाए। जो प्रभ पावै सो थियै अवर न करना जाए।
ਜਨ ਨਾਨਕ ਜੀਵੈ ਨਾਮ ਲੈ, ਹਰ ਦੇਵੋ ਸਹਿਜ ਸੁਭਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਪਾਵਨ ਸ਼ਬਦ ਜੋ ਸ਼੍ਰੀ ਰਾਗ ਅੰਦਰ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ, ਇਹ ਦੂਜਾ ਸ਼ਬਦ ਹੈ। 26 ਅੰਗ ਤੇ ਸੁਸ਼ੋਭਿਤ ਹੈ। ਇਸ ਸ਼ਬਦ ਦੀ ਵਿਚਾਰ ਸਿੱਖ ਕੌਮ ਦੇ ਮਹਾਨ ਵਿਦਵਾਨ ਪ੍ਰਿੰਸੀਪਲ ਬਲਜੀਤ ਸਿੰਘ ਜੀ, ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਚੌਂਤਾ ਰੋਪੜ ਵਾਲੇ ਆਪ ਜੀ ਨੂੰ ਸਰਵਣ ਕਰਵਾਉਣਗੇ। ਮੇਰੇ ਵਿਦਿਆ ਦਾਤੇ ਹਨ। ਮੇਰੇ ਵਰਗੇ ਸੈਂਕੜੇ ਹੀ ਇਹਨਾਂ ਦੇ ਵਿਦਿਆਰਥੀ ਅੱਜ ਸੇਵਾ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸੇਵਾ ਨਿਭਾ ਰਹੇ ਹਨ। ਭਾਈ ਪਿੰਦਰਪਾਲ ਸਿੰਘ ਹੋਰੀ ਵੀ ਇਹਨਾਂ ਦੇ ਵਿਦਿਆਰਥੀ ਨੇ, ਮੇਰੇ ਸਹਿਪਾਠੀ ਨੇ। ਸੱਚੇ ਪਾਤਸ਼ਾਹ ਇਹਨਾਂ ਨੂੰ ਸਿਹਤ ਜਾਬੀ ਬਖਸ਼ਣ। ਸੋ ਅੱਜ ਦੀ ਵਿਚਾਰ ਆਪ ਜੀ ਸਰਵਣ ਕਰਵਾਉਣਗੇ। ਅੰਮ੍ਰਿਤ ਸੰਚਾਰ 11 ਵਜੇ ਹੁੰਦਾ ਹੈ। ਹਰ ਐਤਵਾਰ ਦਾ ਸਮਾਂ ਬੰਗਲਾ ਸਾਹਿਬ ਹੈ। ਬੁੱਧਵਾਰ ਦਾ ਸਮਾਂ ਸੀਸਗੰਜ ਸਾਹਿਬ ਹੈ। ਗੁਰੂ ਘਰ ਦੀ ਸੇਵਾ ਵਿੱਚ ਗੁਰੂ ਕੇ ਲੰਗਰਾਂ ਵਾਸਤੇ ਰਸਦ, ਕੜਾ ਪ੍ਰਸ਼ਾਦ ਦੀ ਦੇਗ ਵਾਸਤੇ ਦੇਸੀ ਘਿਓ, ਬਾਲਾ ਸਾਹਿਬ ਹਸਪੀਟਲ ਵਾਸਤੇ ਕੋਈ ਵੀ ਸੇਵਾ ਆਪ ਜੀ ਕਰ ਸਕਦੇ ਹੋ। ਆਪਣੇ ਘਰਾਂ ਦੇ ਵਿੱਚ ਬੱਚਿਆਂ ਦੇ ਨਾਲ ਪੰਜਾਬੀ ਬੋਲੋ, ਬੱਚਿਆਂ ਨੂੰ ਗੁਰਮੁਖੀ ਪੜ੍ਹਾਓ। ਆਪਾਂ ਬੱਚਿਆਂ ਨੂੰ ਰੋਟੀ ਰੋਜੀ ਵਾਸਤੇ ਅੰਗਰੇਜ਼ੀ, ਹਿੰਦੀ, ਚਾਈਨੀਜ਼, ਰਸ਼ੀਅਨ, ਜਰਮਨ, ਸਪੈਨਿਸ਼, ਕੁੱਲ ਦੁਨੀਆ ਦੀਆਂ ਪੜ੍ਹਾਈਆਂ ਕਰਾਈਆਂ ਸਿਰਫ ਪੈਸੇ ਕਮਾਉਣ ਵਾਸਤੇ। ਪੈਸੇ ਕਮਾਉਣ ਤੋਂ ਬਾਅਦ ਫਿਰ ਗੁਰਦੁਆਰੇ ਆਏ ਕਿ ਮਹਾਰਾਜ ਬੱਚਿਆਂ ਨੂੰ ਸੁੱਖ ਸ਼ਾਂਤੀ ਵੀ ਦਿਓ। ਤੇ ਗੁਰੂ ਨੇ ਫਿਰ ਜਵਾਬ ਦਿੱਤਾ ਕਿ ਦੁੱਖ, ਰੋਗ, ਸੰਤਾਪ ਉਤਰੇ। ਸੁਣੀ ਸੱਚੀ ਬਾਣੀ। ਫਿਰ ਆਇਆ ਕਿ ਭਾਈ ਪਾਠ ਕਰੋ। ਫਿਰ ਅਸੀਂ ਪੁੱਛਣਾ ਸ਼ੁਰੂ ਕਰ ਦਿੱਤਾ, ਸੁਖਮਣੀ ਕਿੰਨੇ ਦਾ ਹੈ, ਖੰਡ ਪਾਠ ਕਿੰਨੇ ਦਾ ਹੈ। ਸਾਨੂੰ ਆਲੂ ਗੋਭੀ ਖਰੀਦਣ ਦੀ ਆਦਤ ਪੈ ਗਈ। ਵਿੱਚ ਹੀ ਅਸੀਂ ਬਾਣੀ ਧਰਮ ਖਰੀਦਣਾ ਸ਼ੁਰੂ ਕਰ ਦਿੱਤਾ। ਪੈਸਿਆਂ ਦੀ ਖਾਤਰ ਹਰ ਦੁਨੀਆ ਦੀ ਭਾਸ਼ਾ ਸਿੱਖ ਲਈ, ਪਰ ਸੁੱਖ ਸ਼ਾਂਤੀ ਵਾਸਤੇ ਗੁਰਬਾਣੀ ਨਹੀਂ ਸਿੱਖੀ। ਜੇ ਤੁਸੀਂ ਬੰਬੇ ਦੇ ਐਕਟਰਾਂ ਦਾ ਇਤਿਹਾਸ ਪੜ੍ਹੋ ਤਾਂ ਬਹੁਤ ਵੱਡੀ ਇੱਕ ਐਕਟਰੈਸ ਹੈ, ਉਹਦੇ ਕਹਿੰਦੇ ਹਮੇਸ਼ਾ ਪਰਸ ਦੇ ਵਿੱਚ ਜਪਜੀ ਸਾਹਿਬ ਦਾ ਪਾਠ ਰਹਿੰਦਾ ਸੀ, ਗੁਟਕਾ ਰਹਿੰਦਾ ਸੀ। ਸੋ ਇਸ ਕਰਕੇ ਨਾ ਪਾਠ ਕਰੋ ਕਿ ਤੁਸੀਂ ਸਿੱਖ ਬਣਨਾ ਹੈ। ਇਸ ਕਰਕੇ ਜ਼ਰੂਰ ਕਰ ਲਓ ਕਿ ਤੁਹਾਡੇ ਘਰ ਵਿੱਚ ਸੁੱਖ ਸ਼ਾਂਤੀ ਚਾਹੀਦੀ ਹੈ। ਨਹੀਂ ਤੇ ਤੁਸੀਂ ਅਮਰੀਕਾ 'ਚ ਵੇਖਿਆ ਕਿੰਨੇ ਚਾਵਾਂ ਨਾਲ ਗਈ ਬੱਚੀ ਨੇ ਫਾਹ ਲੈ ਲਿਆ, ਉਹਨੂੰ ਅਮਰੀਕਾ ਨੇ ਸੁੱਖ ਨਹੀਂ ਦਿੱਤਾ। ਸੋ ਇਸ ਕਰਕੇ ਸੁੱਖ ਨਾਹੀਂ ਬਹੁਤੇ ਧਨ ਖਾਟੇ, ਸੁੱਖ ਨਾਹੀਂ ਪੇਖੈ ਨਿਰਿਤ ਨਾਟੇ, ਸੁੱਖ ਨਾਹੀਂ ਬਹੁ ਦੇਸ਼ ਕਮਾਏ, ਸਰਬ ਸੁੱਖਾ ਹਰ ਹਰ ਗੁਣ ਗਾਏ। ਬੱਚਿਆਂ ਨੂੰ ਗੁਰਬਾਣੀ ਪੜ੍ਹਾਓ। ਨਾ ਮੂਰਖ ਬਣੀਏ, ਨਾ ਅੱਖਾਂ ਅੱਗੇ ਪੱਟੀ ਬੰਨੀਏ। ਆਪਾਂ ਧ੍ਰਿਤ ਰਾਸ਼ਟਰ ਨਹੀਂ ਹੈਗੇ ਕਿ ਜੋ ਮਰਜ਼ੀ ਹੋ ਜਾਏ ਅਸੀਂ ਅੱਖਾਂ ਤੋਂ ਪੱਟੀ ਨਹੀਂ ਖੋਲ੍ਹਣੀ। ਜੇ ਸਾਡੇ ਸਾਹਮਣੇ ਸਾਡੀ ਜਨਰੇਸ਼ਨ ਦੁਖੀ ਹੈ ਤਾਂ ਐਸਾ ਜੀਵਨ ਮਾਂ ਬਾਪ ਦਾ ਤਿਰਕਾਰਯੋਗ ਹੈ ਕਿ ਉਹਨਾਂ ਨੇ ਇੱਕ ਨੁਕਤਾ ਨਹੀਂ ਦਿੱਤਾ ਕਿ ਪੁੱਤਰ ਗੁਰਦੁਆਰੇ ਜਾਣਾ ਹੈ ਤੇ ਪਾਠ ਕਰਨਾ ਹੈ।
ਤੇ ਪਾਠ ਤਾਂ ਕਰੋਗੇ ਜੇ ਪੰਜਾਬੀ ਆਏਗੀ। ਹੁਣ ਪੰਜਾਬੀ ਨਹੀਂ ਆਉਂਦੀ ਕਿਉਂਕਿ ਪੰਜਾਬੀ ਨਾਲ ਪੈਸੇ ਨਹੀਂ ਸੀ ਮਿਲਦੇ, ਪੈਸੇ ਤਾਂ ਅੰਗਰੇਜ਼ੀ ਪੜ੍ਹਿਆ ਮਿਲਦੇ ਨੇ। ਤੋ ਸਾਰੀਆਂ ਭਾਸ਼ਾ ਪੜ੍ਹ ਕੇ ਸੁੱਖ ਫਿਰ ਨਹੀਂ ਮਿਲਿਆ। ਤੋ ਪਹਿਲਾਂ ਆਪਾਂ ਯਤਨ ਕਰੀਏ, ਦੁਨੀਆ ਦੀਆਂ ਪੜ੍ਹਾਈਆਂ ਕਰਾਓ ਬੱਚਿਆਂ ਨੂੰ, ਸੁੱਖ ਮੰਗੋ ਬੱਚਿਆਂ ਦੀ, ਪਰ ਇਹ ਵੀ ਜ਼ਰੂਰ ਮੰਗੋ ਕਿ ਸਾਡੇ ਬੱਚੇ ਸੁਖੀ ਰਹਿਣ। ਤੇ ਸੁਖੀ ਤਾਂ ਰਹਿ ਸਕਦੇ ਨੇ ਜੇ ਬੱਚਿਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਹ ਪਕੜਾਓਗੇ। ਅਗਲੇ ਸਮੇਂ ਲਈ ਗੁਰਬਾਣੀ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਵਾਹਿਗੁਰੂ ਸਾਹਿਬ ਜੀਓ। ਸਤਿਗੁਰ ਵਿਟੋਂ ਬਾਰਿਆ, ਜਿਤ ਮਿਲਿਆ ਖਸਮ ਸੰਭਾਲਿਆ। ਜਿਨ ਕਰ ਉਪਦੇਸ਼ ਗਿਆਨ ਅੰਜਨ ਦਿਆ, ਇਨੀ ਨੇਤਰੀ ਜਗਤ ਨਿਹਾਲਿਆ। ਖਸਮ ਛੋੜ ਦੂਜੈ ਲੱਗੇ, ਡੁੱਬੇ ਸੇ ਬਣ ਜਾ ਰਿਹਾ। ਸਤਿਗੁਰੂ ਹੈ ਬੋਹਿਤਾ, ਬਿਰਲਾ ਕਿਨੈ ਵਿਚਾਰਿਆ। ਕਰ ਕਿਰਪਾ ਭਾਰ ਉਤਾਰਿਆ। ਜਿਉ ਬੁਲਾਵੇ ਤਿਉ ਬੋਲੇ, ਸੁਆਮੀ ਕੁਦਰਤ ਕਬਣ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਜੁਗੋ ਜੁਗ ਅਟਲ ਸ਼ਬਦ ਗੁਰੂ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਵਨ ਹਜ਼ੂਰੀ 'ਚ ਇਸ ਪਾਵਨ ਇਤਿਹਾਸਕ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਅੰਮ੍ਰਿਤ ਵੇਲੇ ਦੀ ਹਾਜ਼ਰੀ ਭਰ ਰਹੀ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀਓ, ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ ਕਿ ਅੰਮ੍ਰਿਤ ਵੇਲੇ ਤੋਂ ਉਹਨਾਂ ਦੇ ਪਾਵਨ ਚਰਨਾਂ ਵਿੱਚ ਬੈਠਣ ਦਾ, ਪੁੱਜਣ ਦਾ ਸੁਭਾਗ ਪ੍ਰਾਪਤ ਹੋਇਆ। ਔਰ ਇੱਥੇ ਸੰਗਤੀ ਰੂਪ ਵਿੱਚ ਬੈਠ ਕਰਕੇ ਗੁਰੂ ਬਖਸ਼ਿਸ਼ ਦੁਆਰਾ ਆਸਾ ਕੀ ਵਾਰ ਦਾ ਕੀਰਤਨ ਸਨਮਾਨਯੋਗ ਹਜ਼ੂਰੀ ਰਾਗੀ ਜਥੇ ਪਾਸੋਂ ਆਪ ਜੀ ਨੇ ਬੜੇ ਅਦਬ ਸਤਿਕਾਰ ਨਾਲ ਸੁਣਿਆ ਹੈ। ਉਪਰੰਤ ਚੱਲ ਰਹੀ ਲੜੀਵਾਰ ਵਿਚਾਰ ਗੁਰਬਾਣੀ ਵਿਚਾਰ ਦੇ ਅਧੀਨ ਆਪ ਜੀ ਨੇ ਅਜੀਤ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਹੈੱਡ ਗ੍ਰੰਥੀ ਸਾਹਿਬ ਪਾਸੋਂ ਤੀਸਰੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਵਚਨ, ਜੋ ਸ੍ਰੀ ਰਾਗ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 26 ਦੇ ਉੱਤੇ ਸੁਭਾਇਮਾਨ ਹੈ, ਉਸ ਦਾ ਮੂਲ ਪਾਠ ਬੜੇ ਅਦਬ ਸਤਿਕਾਰ ਨਾਲ ਸਰਵਣ ਕੀਤਾ ਹੈ। ਜਿੱਥੇ ਸਤਿਗੁਰੂ ਜੀ ਨੇ ਇੱਥੇ ਪੁੱਜਣ ਦੀ ਸਾਡੇ ਤੇ ਬਖਸ਼ਿਸ਼ ਕੀਤੀ, ਬੈਠਣ ਦੀ ਬਖਸ਼ਿਸ਼ ਕੀਤੀ, ਕੀਰਤਨ ਨਾਲ ਜੁੜਨ ਦੀ ਬਖਸ਼ਿਸ਼ ਕੀਤੀ। ਆਓ ਜਿੰਨਾ ਸਮਾਂ ਪ੍ਰਾਪਤ ਹੋਇਆ ਹੈ ਗੁਰਮਤਿ ਵਿਚਾਰ ਨਾਲ ਜੁੜਨ ਲਈ ਮਨ ਬਿਰਤੀਆਂ ਨੂੰ ਇਕਾਗਰ ਕਰਦਿਆਂ ਇੱਕ ਵਾਰੀ ਫਤਿਹ ਸਾਂਝੀ ਕਰੋ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਨਾਨਕ ਪਾਤਸ਼ਾਹ ਜੀ ਦੇ 33 ਸ਼ਬਦਾਂ ਦੀ ਵਿਚਾਰ ਆਪ ਜੀ ਨੇ ਸਰਵਣ ਕੀਤੀ। ਉਹਨਾਂ 33 ਸ਼ਬਦਾਂ ਤੋਂ ਬਾਅਦ ਤੀਸਰੇ ਪਾਤਸ਼ਾਹ ਜੀ ਦੀ ਬਾਣੀ ਆਰੰਭ ਹੋਈ ਔਰ ਇੱਕ ਸ਼ਬਦ ਤੀਸਰੇ ਪਾਤਸ਼ਾਹ ਜੀ ਦਾ ਆਪ ਜੀ ਮੂਲ ਪਾਠ ਤੇ ਉਹਦੀ ਵਿਚਾਰ ਸਰਵਣ ਕਰ ਚੁੱਕੇ ਹੋ। ਜਿਸ ਸ਼ਬਦ ਦੀ ਵਿਚਾਰ ਅੱਜ ਅਸੀਂ ਕਰ ਰਹੇ ਹਾਂ, ਇਹ ਸ੍ਰੀ ਰਾਗ ਦਾ ਤੀਸਰੇ ਪਾਤਸ਼ਾਹ ਜੀ ਦਾ 2 ਨੰਬਰ ਸ਼ਬਦ ਹੈ। ਸ਼ਬਦ ਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਮਨ ਨੂੰ ਸੰਬੋਧਨ ਕਰਕੇ ਕੇਂਦਰਿਤ ਕੀਤਾ ਹੈ। ਮਨ ਰੇ ਗ੍ਰਹਿ ਮਾਹੇ ਉਦਾਸ। ਇਹ ਮੇਰੇ ਮਨ, ਤੈਨੂੰ ਘਰ-ਬਾਰ ਤਿਆਗਣ ਦੀ ਜ਼ਰੂਰਤ ਨਹੀਂ, ਬੱਚੇ ਤਿਆਗਣ ਦੀ ਜ਼ਰੂਰਤ ਨਹੀਂ, ਸਮਾਜ ਤਿਆਗਣ ਦੀ ਜ਼ਰੂਰਤ ਨਹੀਂ। ਆਪਣੀ ਜ਼ਿੰਦਗੀ ਵਿੱਚ ਤੂੰ ਘਰ ਵਿੱਚ ਰਹਿ ਕੇ ਹੀ, ਪਰਿਵਾਰ ਵਿੱਚ ਰਹਿ ਕੇ ਹੀ, ਸਮਾਜ ਵਿੱਚ ਰਹਿ ਕੇ ਹੀ ਉਦਾਸੀ ਧਾਰਨ ਕਰ। ਉਦਾਸੀ ਦਾ ਭਾਵ ਹੁੰਦਾ ਹੈ ਨਿਰਲੇਪਤਾ ਪ੍ਰਾਪਤ ਕਰਨੀ। ਔਰ ਘਰ ਵਿੱਚ ਉਦਾਸੀ ਧਾਰਨ ਕਰਕੇ ਸੱਚ ਸੰਜਮ ਕਰਨੀ ਸੋ ਕਰੇ। ਸਦਾ ਥਿਰ ਰਹਿਣ ਵਾਲਾ ਪ੍ਰਮਾਤਮਾ ਦਾ ਨਾਮ, ਉਹਦਾ ਸਿਮਰਨ, ਸੱਚ ਰੂਪ ਜੀਵਨ। ਸੰਜਮ ਦਾ ਅਰਥ ਹੁੰਦਾ ਆਪਣੇ ਮਨ ਦੇ ਉੱਤੇ ਕਾਬੂ ਪਾਉਣਾ, ਬਿਰਤੀਆਂ 'ਤੇ ਕਾਬੂ ਪਾਉਣਾ, ਜਿਹਨੂੰ ਅਸੀਂ ਆਮ ਬੋਲੀ ਵਿੱਚ ਪਰਹੇਜ਼ ਕਹਿੰਦੇ ਹਾਂ। ਫਿਰ ਤੀਸਰੇ ਨੰਬਰ ਦੇ ਉੱਤੇ ਕਰਨੀ, ਕਿਉਂਕਿ ਰੱਬ ਦੇ ਦਰ ਦੇ ਉੱਤੇ ਕਿਸੇ ਦੀ ਜ਼ਾਤ ਨਹੀਂ ਵੇਖੀ ਜਾਣੀ, ਕਿਸੇ ਦਾ ਅਹੁਦਾ ਨਹੀਂ ਵੇਖਿਆ ਜਾਣਾ, ਕਿਸੇ ਦਾ ਧਨ ਦੌਲਤ ਨਹੀਂ ਵੇਖਿਆ ਜਾਣਾ। ਅੱਗੇ ਕਰਨੀ ਕੀਰਤ ਬਾਚੀ ਹੈ, ਵੈ ਲੇਖਾ ਕਰ ਸਮਝਾਇਆ।
ਸਭਨਾ ਕਾ ਦਰ ਲੇਖਾ ਹੋਏ, ਕਰਨੀ ਬਾਝੋਂ ਤਰੈ ਨਾ ਕੋਏ। ਤੂੰ ਸੱਚ ਰੂਪ ਸਿਮਰਨ ਦੇ ਨਾਲ ਜੁੜ, ਆਪਣੇ ਜੀਵਨ ਦੇ ਵਿੱਚ ਸੰਜਮ ਸਿੱਖ ਤੇ ਸੰਜਮ ਦੁਆਰਾ ਫਿਰ ਚੰਗੀ ਕਰਨੀ ਬਣਾ। ਪਰ ਇਹ ਸਾਰਾ ਕੁਝ ਕਿਸ ਨੂੰ ਪ੍ਰਾਪਤ ਹੋ ਸਕਦਾ ਹੈ? ਸੱਚ ਰੂਪ ਜੀਵਨ, ਸੱਚ ਦਾ ਸਿਮਰਨ, ਸੰਜਮ ਵਿੱਚ ਰਹਿਣ ਦੀ ਗੱਲ, ਚੰਗੀ ਕਰਨੀ ਬਣਾਉਣ ਦੀ ਗੱਲ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਕਲੀਅਰ ਕਰ ਰਹੇ। ਕਹਿੰਦੇ ਸੋ ਕਰੇ ਗੁਰਮੁਖ ਹੋਏ ਪ੍ਰਗਾਸ। ਸੱਚ ਸੰਜਮ ਕਰਨੀ ਸੋ ਕਰੇ। ਸੱਚ ਰੂਪ ਸਿਮਰਨ, ਸੰਜਮ ਤੇ ਕਰਨੀ ਉਹ ਮਨੁੱਖ ਆਪਣੀ ਜ਼ਿੰਦਗੀ ਵਿੱਚ ਧਾਰਨ ਕਰਦਾ ਹੈ। ਗੁਰਮੁਖ ਹੋਏ ਪ੍ਰਗਾਸ, ਜਿਹੜਾ ਗੁਰੂ ਦੇ ਸਨਮੁਖ ਹੋ ਕਰਕੇ ਗੁਰਮਤਿ ਦਾ ਅੰਦਰ ਪ੍ਰਕਾਸ਼ ਕਰ ਲੈਂਦਾ। ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਨਸਿਓ ਅੰਧਕਾਰ ਤੇ ਮੰਦਰ ਰਤਨ ਕੋਠੜੀ ਖੁੱਲੀ ਅਨੂਪਾ। ਸਤਿਗੁਰੂ ਨਾਨਕ ਪਾਤਸ਼ਾਹ ਜੀ ਜਦੋਂ ਜੋਗੀਆਂ ਕੋਲ ਗਏ, ਪਹਿਲੀ ਉਦਾਸੀ ਹਿੰਦੂ ਤੀਰਥਾਂ ਦੀ ਕੀਤੀ ਤੇ ਦੂਸਰੇ ਨੰਬਰ ਦੇ ਉੱਤੇ ਸਤਿਗੁਰੂ ਪਾਤਸ਼ਾਹ ਜੀ ਫਿਰ ਜਾ ਚੜ੍ਹਿਆ ਸਮੇਰ ਪਰ ਸਿੱਧ ਮੰਡਲੀ ਦ੍ਰਿਸ਼ਟੀ ਆਈ। ਜਦੋਂ ਉਹਨਾਂ ਦਾ ਮਿਲਾਪ ਹੋਇਆ, ਗੋਸ਼ਟੀਆਂ ਹੋਈਆਂ, ਵਿਚਾਰ ਵਟਾਂਦਰਾ ਹੋਇਆ, ਜੋਗੀਆਂ ਨੇ ਬੜਾ ਯਤਨ ਕੀਤਾ ਵੀ ਸਤਿਗੁਰੂ ਪਾਤਸ਼ਾਹ ਜੀ ਨੂੰ ਆਪਣੇ ਪ੍ਰਭਾਵ ਹੇਠ ਲਿਆਂਦਾ ਜਾਵੇ, ਕਰਾਮਾਤਾਂ ਦਾ ਵਿਖਾਵਾ ਕੀਤਾ ਜਾਏ, ਉਸ ਪ੍ਰਭਾਵ ਨਾਲ ਕਾਬੂ ਆ ਸਕਣ। ਔਰ ਉਹਨਾਂ ਨੇ ਸਤਿਗੁਰੂ ਪਾਤਸ਼ਾਹ ਜੀ ਨੂੰ ਸਲਾਹ ਦਿੱਤੀ, ਜਿਵੇਂ ਆਪਾਂ ਕਹਿੰਦੇ ਨਾ ਕਿਸੇ ਨੂੰ ਸੁਜੈਸਟ ਕਰਨਾ, ਕਿਸੇ ਨੂੰ ਸੁਝਾਅ ਦੇਣਾ। ਉਹ ਕਹਿਣ ਲੱਗੇ ਵੀ ਅਸੀਂ ਵੇਖਦੇ ਹਾਂ ਤੁਹਾਡੇ ਕੋਲ ਕੋਈ ਧਾਰਮਿਕ ਚਿੰਨ੍ਹ ਨਹੀਂ ਨਜ਼ਰ ਆ ਰਹੇ। ਜਿਸ ਤਰ੍ਹਾਂ ਦਾ ਭੇਖ ਅਸੀਂ ਬਣਾ ਕੇ ਬੈਠੇ ਹਾਂ, ਜਿਸ ਤਰ੍ਹਾਂ ਦਾ ਪਹਿਰਾਵਾ ਅਸੀਂ ਪਹਿਨ ਕੇ ਬੈਠੇ ਹਾਂ, ਜੋ ਸਾਡੀ ਦਿੱਖ ਹੈ ਉਹ ਤੁਹਾਡੇ ਦਰਸ਼ਨਾਂ ਵਿੱਚੋਂ ਪ੍ਰਾਪਤ ਨਹੀਂ ਹੋ ਰਹੀ। ਇਸ ਕਰਕੇ ਅਸੀਂ ਤੁਹਾਨੂੰ ਸਲਾਹ ਦਿੰਦੇ ਹਾਂ, ਦਰਸ਼ਨ ਭੇਖ ਕਰੋ ਜੋਗਿੰਦਰਾ, ਮੁੰਦਰਾਂ ਝੋਲੀ ਖਿੰਥਾ। ਦਰਸ਼ਨ ਦਾ ਭਾਵ ਹੁੰਦਾ ਸਿਧਾਂਤ ਵੀ ਤੁਸੀਂ ਕਿਰਪਾ ਕਰੋ, ਆਹ ਭੇਖ ਜਿਹੜਾ ਸਾਡਾ ਜੋਗੀ ਇੰਦਰ ਗੋਰਖ ਦਾ ਮਤ ਹੈ ਨਾ, ਇਹਦੇ ਸਿਧਾਂਤ ਨੂੰ ਅਪਣਾ ਲਓ। ਕਰਨਾ ਕੀ ਹੈ? ਮੁੰਦਰਾਂ ਝੋਲੀ ਖਿੰਥਾ, ਕੰਨਾਂ 'ਚ ਮੁੰਦਰਾਂ ਪਾਣੀਆਂ ਤੇ ਝੋਲੀ ਫੜ ਕੇ ਮੰਗਣ ਦੀ ਗੱਲ ਕਰਨੀ, ਖਿੰਥਾ ਪਹਿਨਣੀ। 12 ਅੰਤਰ ਏਕ ਸਰੇਵੋ, ਖਟ ਦਰਸ਼ਨ ਇੱਕ ਪੰਥਾ। ਸਾਡੇ 12 ਪੰਥ ਨੇ, ਉਹਨਾਂ 12 ਪੰਥਾਂ ਵਿੱਚੋਂ ਜਿਹੜਾ ਤੁਹਾਨੂੰ ਪਸੰਦ ਹੈ, ਜਿਸ ਨੂੰ ਤੁਸੀਂ ਲਾਈਕ ਕਰਦੇ ਹੋ, ਜਿਹਨੂੰ ਤੁਸੀਂ ਚਾਹੁੰਦੇ ਹੋ, ਏਕ ਸਰੇਵੋ, ਇੱਕ ਦੇ ਧਾਰਨੀ ਬਣ ਜਾਓ। ਖਟ ਦਰਸ਼ਨ ਇੱਕ ਪੰਥਾ, ਔਰ 6 ਸ਼ਾਸਤਰਾਂ ਦੇ ਮਤ ਅਨੁਸਾਰ ਆਪਣੀ ਜ਼ਿੰਦਗੀ ਜਿਉਣੀ ਸ਼ੁਰੂ ਕਰ ਦਿਓ। ਸਤਿਗੁਰੂ ਨਾਨਕ ਪਾਤਸ਼ਾਹ ਜੀ ਦਾ ਜੋ ਪਹਿਲਾ ਸ਼ਬਦ ਹੈ ਸ੍ਰੀ ਰਾਗ ਜੀ ਦਾ, ਉਸ ਪਹਿਲੇ ਸ਼ਬਦ ਦੇ ਅੰਦਰ ਹੀ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਨਿਬੇੜਾ ਕਰ ਦਿੱਤਾ। ਹਰ ਬਿਨ ਜੀਓ ਜਲ ਵੱਲ ਜਾਓ, ਮੈਂ ਆਪਣਾ ਗੁਰ ਪੂਛ ਦੇਖਿਆ, ਅਵਰ ਨਾਹੀ ਥਾਉ। ਸਤਿਗੁਰੂ ਕਹਿਣ ਲੱਗੇ, ਜੋਗੀਓ ਤੁਹਾਨੂੰ ਭੁਲੇਖਾ ਲੱਗਿਆ, ਅਸਲ ਵਿੱਚ ਮੈਂ ਗੁਰੂ ਨੂੰ ਪੁੱਛਣ ਤੋਂ ਬਿਨਾਂ ਇੱਕ ਕਦਮ ਵੀ ਨਹੀਂ ਪੁੱਟਦਾ। ਮੈਂ ਜੀਵਨ ਦੇ ਕਦਮ ਕਦਮ ਦੇ ਉੱਤੇ ਗੁਰੂ ਨਾਲ ਜੁੜ ਕੇ ਤੁਰਦਾ ਹਾਂ, ਗੁਰੂ ਦੀ ਗੱਲ ਸੁਣ ਕੇ ਤੁਰਦਾ ਹਾਂ। ਔਰ ਮੇਰੇ ਵਾਸਤੇ ਬੜੀ ਵਿਪਤਾ ਛਿੜਨ ਵਾਲੀ ਗੱਲ ਹੈ, ਬੜੀ ਦੁਖਦਾਈ ਗੱਲ ਕਰਨਾ ਹੋਏਗੀ ਜਦੋਂ ਮੈਂ ਗੁਰੂ ਤੋਂ ਪਾਸੇ ਹੋ ਕੇ ਗੱਲ ਕਰਨ ਦੀ ਸੋਚਾਂਗਾ। ਹਰ ਬਿਨ ਹਰੀ ਤੋਂ ਪਰਮਾਤਮਾ ਤੋਂ ਬਿਨਾਂ ਜੀਓ ਜਲ ਵੱਲ ਜਾਓ, ਮੈਂ ਆਪਣਾ ਗੁਰ ਪੂਛ ਦੇਖਿਆ, ਅਵਰ ਨਾਹੀ ਥਾਉ। ਫਿਰ ਸਤਿਗੁਰੂ ਪਾਤਸ਼ਾਹ ਜੀ ਦੇ ਸਾਹਮਣੇ ਉਹਨਾਂ ਨੇ ਆਪਣੀ ਮਰਜ਼ਾਦਾ ਦੀ ਗੱਲ ਕੀਤੀ। ਕਹਿਣ ਲੱਗੇ, ਹਾਟੀ ਬਾਟੀ ਰਹਿ ਨਿਰਾਲੇ, ਰੂਖ ਬਿਰਖ ਉਦਿਆਨੇ, ਕੰਦ ਮੂਲ ਆਹਾਰੋ ਖਾਈਐ, ਔਧੂ ਬੋਲੇ ਗਿਆਨੇ। ਤੀਰਥ ਨਹਾਈਐ, ਸੁਖ ਫਲ ਪਾਈਐ, ਮੈਲ ਨ ਲਾਗੈ ਕਾਈ। ਗੋਰਖ ਪੂਤ ਲੋਹਾ ਰੀਪਾ, ਬੋਲੇ ਜੋਗ ਜੁਗਤ ਵਿਦ ਸਾਈ। ਕਹਿਣ ਲੱਗੇ, ਸੱਚੇ ਪਾਤਸ਼ਾਹ ਅਸੀਂ ਜੋਗ ਮਤ ਜਦੋਂ ਧਾਰਨ ਕਰਦੇ ਹਾਂ, ਇਹ ਬੈਰਾਗ ਦਾ ਮਤ ਧਾਰਨ ਕਰਦੇ ਹਾਂ, ਅਸੀਂ ਉਦਾਸੀ ਧਾਰਨ ਕਰਦੇ ਹਾਂ। ਸਾਡੀ ਆਰੰਭਤਾ ਇੱਥੋਂ ਹੁੰਦੀ ਹੈ ਵੀ ਸਭ ਤੋਂ ਪਹਿਲਾਂ ਅਸੀਂ ਹੱਟੀਆਂ ਬੱਟੀਆਂ ਭਾਵ ਕਿਰਤ ਦਾ ਤਿਆਗ ਕਰਦੇ ਹਾਂ, ਅਸੀਂ ਕਿਰਤ ਨਹੀਂ ਕਰਦੇ। ਸਤਿਗੁਰੂ ਕਹਿੰਦੇ, ਫਿਰ ਪ੍ਰਸ਼ਾਦਾ ਕਿਵੇਂ ਛਕਦੇ ਹੋ? ਜੇ ਕੱਪੜੇ ਦੀ ਜ਼ਰੂਰਤ ਪਵੇ ਉਹ ਕਿੱਥੋਂ ਪਹਿਨਦੇ ਹੋ? ਪੈਰਾਂ ਨੂੰ ਜੋੜਾ ਚਾਹੀਦਾ ਹੋਵੇ ਉਹ ਕਿੱਥੋਂ ਪਹਿਨਦੇ ਹੋ? ਕਦੀ ਬਿਮਾਰ ਹੋ ਜਾਓ ਤੇ ਦਵਾਈ ਚਾਹੀਦੀ ਹੋਵੇ ਉਹ ਕਿਵੇਂ ਪ੍ਰਬੰਧ ਕਰਦੇ ਹੋ? ਕਹਿੰਦੇ ਮੰਗ ਕੇ ਲੈ ਕੇ ਆਉਂਦੇ। ਭਾਈ ਗੁਰਦਾਸ ਸਾਹਿਬ ਜੀ ਨੇ ਵੀ ਇਸ ਗੱਲ ਨੂੰ ਦਰਜ ਕੀਤਾ ਹੋਏ, ਅਤੀਤ ਗ੍ਰਸਤ ਤਜ ਫਿਰ ਉਹਨੂੰ ਕੇ ਕਰ ਮੰਗਣ ਜਾਈ,
ਬਿਨ ਦਿੱਤੇ ਕਿਛ ਹੱਥ ਨਾ ਆਈ। ਕਹਿਣ ਲੱਗੇ ਅਸੀਂ ਸਭ ਤੋਂ ਪਹਿਲਾਂ ਸਾਡਾ ਕੰਮ, ਸਾਡੀ ਮਰਜ਼ਾਦਾ, ਕਿਰਤ ਦਾ ਤਿਆਗ, ਅਸੀਂ ਧੰਦਾ ਨਹੀਂ ਕਰਦੇ। ਹਾਟੀ ਬਾਟੀ ਰਹਿ ਨਿਰਾਲੇ ਰੂਖ ਬਿਰਖ ਉਹਦੇ ਆਨੇ। ਜਿਵੇਂ ਸੰਸਾਰ ਦੇ ਲੋਕ ਚੰਗੇ ਮਹਿਲ ਮਾੜੀਆਂ ਬਣਾ ਕੇ ਰਹਿੰਦੇ ਨੇ, ਚੰਗੀ ਰਿਹਾਇਸ਼ ਵਿੱਚ ਰਹਿੰਦੇ ਨੇ, ਕੰਫਰਟੇਬਲ ਲਾਈਫ ਜਿਉਂਦੇ ਨੇ, ਚੰਗੀ ਜ਼ਿੰਦਗੀ ਜਿਉਂਦੇ ਨੇ, ਅਸੀਂ ਰੁੱਖਾਂ ਬਿਰਖਾਂ ਦੀ ਛਾਵੇਂ ਬੈਠ ਕੇ ਜ਼ਿੰਦਗੀ ਬਤੀਤ ਕਰਦੇ ਹਾਂ, ਜੰਗਲਾਂ ਵਿੱਚ ਰਹਿੰਦੇ ਹਾਂ। ਕੰਦ ਮੂਲ ਆਹਾਰੋ ਖਾਈਏ, ਅਸੀਂ ਕੰਦ ਮੂਲ ਖਾ ਕੇ ਉਹਦਾ ਆਹਾਰ ਕਰਦੇ ਹਾਂ। ਔਧੂ ਬੋਲਿਆ ਗਿਆਨੇ, ਔਧੂ ਜੋਗੀ ਜਿਹੜਾ ਹੈ ਉਹ ਸਤਿਗੁਰੂ ਪਾਤਸ਼ਾਹ ਦੇ ਸਾਹਮਣੇ ਆਪਣੀ ਮਰਜ਼ਾਦਾ ਦਾ ਗਿਆਨ ਦੱਸ ਰਿਹਾ ਹੈ। ਤੀਰਥ ਨਹਾਈਏ ਸੁਖ ਫਲ ਪਾਈਏ, ਮੈਲ ਨਾ ਲੱਗੈ ਕਾਈ। ਫਿਰ ਸੱਚੇ ਪਾਤਸ਼ਾਹ ਅਸੀਂ ਇੱਕ ਹੋਰ ਕਰਮ ਕਰਦੇ ਹਾਂ ਜੀਵਨ ਦੀ ਪਵਿੱਤਰਤਾ ਵਾਸਤੇ, ਤੀਰਥਾਂ ਤੇ ਜਾ ਕੇ ਇਸ਼ਨਾਨ ਕਰਦੇ ਹਾਂ, ਸੁਖ ਫਲ ਦੀ ਸਾਨੂੰ ਪ੍ਰਾਪਤੀ ਹੁੰਦੀ ਹੈ ਤੇ ਕਿਸੇ ਕਿਸਮ ਦੀ ਮੈਲ ਅਸੀਂ ਸਮਝਦੇ ਸਾਨੂੰ ਨਹੀਂ ਲੱਗ ਸਕਦੀ। ਗੋਰਖ ਪੂਤ ਲੋਹਾ ਰੀਪਾ ਬੋਲੇ। ਗੋਰਖ ਦਾ ਪੁੱਤਰ ਜਿਹੜਾ ਲੋਹਾ ਰੀਪਾ ਹੈ, ਗੋਰਖ ਦਾ ਚੇਲਾ, ਉਹ ਗੁਰੂ ਨਾਨਕ ਸਾਹਿਬ ਜੀ ਨੂੰ ਇਹ ਗੱਲ ਦੱਸ ਰਿਹਾ, ਆਪਣੀ ਮਰਜ਼ਾਦਾ ਸਮਝਾ ਰਿਹਾ। ਸਤਿਗੁਰੂ ਪਾਤਸ਼ਾਹ ਜੀ ਨੇ ਬੜੇ ਅਦਬ ਨਾਲ, ਬੜੇ ਧੀਰਜ ਨਾਲ ਉਹਨਾਂ ਦੀ ਗੱਲ ਨੂੰ ਸੁਣਿਆ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦਾ ਜੋ ਜੀਵਨ ਹੈ, ਜਿੰਨੇ ਧੀਰਜ ਨਾਲ ਆਪਣੀ ਗੱਲ ਕਹਿਣੀ, ਹੌਸਲੇ ਨਾਲ, ਉਸਨੇ ਹੀ ਹੌਸਲੇ ਤੇ ਧੀਰਜ ਦੇ ਨਾਲ ਦੂਜੇ ਦੀ ਗੱਲ ਨੂੰ ਸੁਣਨਾ। ਜਬ ਲਗ ਦੁਨੀਆ ਰਹੀ ਹੈ ਨਾਨਕ, ਕਿਛ ਸੁਣੀਐ ਕਿਛ ਕਹੀਐ। ਇੱਕ ਤਾਂ ਇਹਦਾ ਅਰਥ ਇਹ ਵੀ ਕਰਦੇ ਨੇ ਵਿਦਵਾਨ ਕਿ ਜਦੋਂ ਤੱਕ ਦੁਨੀਆ 'ਚ ਰਹਿਣਾ, ਰੱਬ ਦੀਆਂ ਗੱਲਾਂ ਕੁਝ ਕਹਿਣੀਆਂ ਚਾਹੀਦੀਆਂ ਤੇ ਕੁਝ ਸੁਣਨੀਆਂ ਚਾਹੀਦੀਆਂ। ਕਹਿਣ ਤੇ ਸੁਣਨ ਦੋਹਾਂ ਨਾਲ ਹੀ ਲਾਭ ਹੋਏਗਾ। ਜਬ ਲਗ ਦੁਨੀਆ ਰਹੀ ਹੈ ਨਾਨਕ, ਕਿਛ ਸੁਣੀਐ ਕਿਛ ਕਹੀਐ। ਤੇ ਦੁਨਿਆਵੀ ਪੱਧਰ ਦੇ ਉੱਤੇ ਜਦੋਂ ਅਸੀਂ ਗੱਲ ਕਰਾਂਗੇ ਤੇ ਜਦੋਂ ਦੁਨੀਆ ਤੱਕ ਅਸੀਂ ਸੰਸਾਰ ਵਿੱਚ ਜੀਵਨ ਜਿਉਣਾ, ਜਦੋਂ ਤੱਕ ਜੋ ਕੁਝ ਅਸੀਂ ਦੂਜੇ ਨੂੰ ਸਮਝਾਉਣਾ ਚਾਹੁੰਦੇ ਉਹ ਆ ਕੇ ਸਮਝਾਵਾਂਗੇ, ਤੇ ਜੋ ਕੁਝ ਕਿਸੇ ਤੋਂ ਸੁਣਨਾ ਚਾਹੁੰਦੇ ਆ, ਸਮਝਣਾ ਚਾਹੁੰਦੇ ਆ, ਉਹ ਦੂਜੇ ਤੋਂ ਧੀਰਜ ਨਾਲ ਸੁਣਾਂਗੇ। ਹੁਣ ਕਲਾਸ ਵਿੱਚ ਅਧਿਆਪਕ ਬੋਲੇਗਾ, ਵਿਦਿਆਰਥੀ ਸੁਣਨਗੇ। ਇਸੇ ਤਰ੍ਹਾਂ ਅਸੀਂ ਸਭਾ ਵਿੱਚ ਬੈਠੇ ਹਾਂ, ਗੁਰੂ ਕੀ ਸੰਗਤ ਵਿੱਚ ਬੈਠੇ ਹਾਂ, ਗੁਰੂ ਦਾ ਹੁਕਮ ਸੁਣਦੇ ਹਾਂ, ਕੀਰਤਨ ਸੁਣਦੇ ਹਾਂ। ਬੋਲਣ ਤੋਂ ਬਿਨਾਂ ਕੁਝ ਵੀ ਨਹੀਂ ਹੋ ਸਕਦਾ। ਕਦੀ ਸੁਣਨਾ ਪਏਗਾ ਤੇ ਕਦੀ ਬੋਲਣਾ ਪਏਗਾ। ਗੋਰਖ ਪੂਤ ਲੋਹਾ ਰੀਪਾ ਬੋਲੇ, ਜੋਗ ਜੁਗਤ ਵਿਦ ਸਾਈ। ਬਹੁਤ ਅਦਬ ਸਤਿਕਾਰ ਨਾਲ ਗੱਲ ਨੂੰ ਸੁਣਿਆ ਔਰ ਸਾਨੂੰ ਮਾਰਗਦਰਸ਼ਨ ਕੀਤਾ ਵੀ ਜਦੋਂ ਵੀ ਗੱਲਬਾਤ ਕੀਤੀ ਜਾਏ ਬਹੁਤ ਧੀਰਜ ਤੇ ਸਹਿਜ ਦੇ ਨਾਲ ਕੀਤੀ ਜਾਏ, ਜਿਹਨੂੰ ਅਸੀਂ ਅੱਜ ਟੇਬਲ ਟਾਕ ਕਹਿੰਦੇ ਹਾਂ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਜਦੋਂ ਇਹ ਗੱਲ ਸੁਣ ਲਈ, ਹਾਟੀ ਬਾਟੀ ਰਹਿ ਨਿਰਾਲੇ ਰੂਖ ਬਿਰਖ ਉਹਦੇ ਆਨੇ, ਕੰਦ ਮੂਲ ਆਹਾਰੋ ਖਾਈਏ, ਔਧੂ ਬੋਲੇ ਗਿਆਨੇ। ਤੀਰਥ ਨਹਾਈਏ ਸੁਖ ਫਲ ਪਾਈਏ, ਮੈਲ ਨਾ ਲੱਗੈ ਕਾਈ। ਗੋਰਖ ਪੂਤ ਲੋਹਾ ਰੀਪਾ ਬੋਲੇ, ਜੋਗ ਜੁਗਤ ਵਿਦ ਸਾਈ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਫਿਰ ਇਹਦਾ ਜਵਾਬ ਦਿੱਤਾ। ਸਤਿਗੁਰੂ ਕਹਿਣ ਲੱਗੇ, ਜੋਗੀਓ ਤੇ ਸੰਸਾਰ ਦੇ ਲੋਕੋ, ਜੇ ਧੰਦਾ ਤਿਆਗਣ ਦੀ ਥਾਂ ਦੇ ਉੱਤੇ, ਕਿਰਤ ਤਿਆਗਣ ਦੀ ਥਾਂ ਦੇ ਉੱਤੇ ਆਪਾਂ ਇੱਕ ਹੋਰ ਕੰਮ ਕਰ ਸਕਦੇ ਹਾਂ। ਕਿਰਤ ਕਰਨ ਨੂੰ ਪ੍ਰੈਫਰ ਕਰੀਏ, ਕਿਉਂਕਿ ਜਿਸ ਰੱਬ ਦੀ ਅਸੀਂ ਪੂਜਾ ਕਰਦੇ ਹਾਂ ਉਹ ਆਪ ਹੀ ਕਰਤਾ ਪੁਰਖ ਹੈ, ਆਪ ਹੀ ਸਭ ਕੁਝ ਕਰਨ ਵਾਲਾ ਹੈ। ਬੀਓ ਪੂਛ ਨਾ ਮਸਲਤ ਧਰੈ, ਜੋ ਕਿਛ ਕਰੈ ਸੋ ਆਪੇ ਕਰੈ। ਸਾਡਾ ਰੱਬ ਵਿਹਲੜ ਨਹੀਂ। ਜਿਸ ਰੱਬ ਦੀ ਪੂਜਾ ਕਰਨੀ ਉਹ ਕਰਤਾ ਪੁਰਖ ਹੈ, ਇਸ ਕਰਕੇ ਉਹਦਾ ਪੁਜਾਰੀ ਕਰਤਾ ਪੁਰਖ ਦੇ ਨਾਲ ਜੁੜ ਕੇ ਕਿਰਤੀ ਹੋਏਗਾ ਤੇ ਨਾਲ ਉਹਦੀ ਕੀਰਤ ਕਰੇਗਾ। ਕੀਰਤ ਤੇ ਕਿਰਤ ਦਾ ਸੁਮੇਲ ਕੀਤਾ ਗੁਰੂ ਸਾਹਿਬ ਜੀ ਨੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਆਪਾਂ ਇਹ ਕੰਮ ਕਰੀਏ, ਹਾਟੀ ਬਾਟੀ ਨੀਂਦ ਨਾ ਆਵੇ, ਪਰ ਕਰ ਚਿੱਤ ਨਾ ਡੋਲਾਈ। ਧੰਦਾ ਕਰਨਾ ਹੈ, ਕਿਰਤ ਕਰਨੀ ਹੈ, ਲੇਕਿਨ ਉਹਦੇ ਵਿੱਚ ਨੀਂਦ ਨਾ ਆ ਜਾਏ, ਉਹਦੇ ਵਿੱਚ ਹੀ ਨਾ ਖਚਤ ਹੋ ਜਾਈਏ ਵੀ ਸਾਨੂੰ ਆਪਣੇ ਫਰਜ਼ਾਂ ਦਾ ਪਤਾ ਹੀ ਨਾ ਹੋਵੇ, ਆਪਣੇ ਜੀਵਨ ਬਾਰੇ ਸੋਚ ਹੀ ਨਾ ਸਕੀਏ, ਮਨੁੱਖਤਾ ਬਾਰੇ ਸੋਚਣ ਤੋਂ ਮੁਨਕਰ ਹੋ ਜਾਈਏ। ਹਾਟੀ ਬਾਟੀ ਨੀਂਦ ਨਾ ਆਵੇ, ਭਾਵ ਅਗਿਆਨਤਾ ਦੀ ਨੀਂਦ, ਅਵਿਦਿਆ ਦੀ ਨੀਂਦ, ਖਚਤ ਹੋਣ ਦਾ ਆਲਸ, ਇਹ ਕਿਤੇ ਪੈਦਾ ਨਾ ਹੋ ਜਾਏ। ਬਿਨ ਨਾਵੇਂ ਮਨ ਟੇਕ ਨਾ ਟੇਕੀ, ਨਾਨਕ ਭੂਖ ਨਾ ਜਾਏ। ਮਨ ਦਾ ਟਿਕਾ ਪ੍ਰਭੂ ਦੇ ਨਾਮ ਤੋਂ ਬਿਨਾਂ ਨਹੀਂ ਹੋ ਸਕਦਾ। ਮਨ ਦੀ ਤ੍ਰਿਸ਼ਨਾ ਜਿਹੜੀ ਭੁੱਖ ਹੈ ਉਹ ਨਾਮ ਤੋਂ ਬਿਨਾਂ ਨਹੀਂ ਮੁੱਕ ਸਕਦੀ।
ਬਿਨ ਨਾਵੇ ਮਨ ਟੇਕ ਨਾ ਟੇਕੀ, ਨਾਨਕ ਭੁੱਖ ਨਾ ਜਾਈ। ਹਟ ਪਟਣ ਘਰ ਗੁਰੂ ਦਿਖਾਇਆ। ਹਟ ਦਾ ਭਾਵ ਜਿੱਥੇ ਵਪਾਰ ਚੱਲਦਾ ਹੋਵੇ। ਸਤਿਗੁਰੂ ਕਹਿੰਦੇ ਇੱਕ ਤਾਂ ਵਪਾਰ ਕਰਦੇ ਆਪਾਂ ਕਿਰਤ ਕਰਨ ਵਾਸਤੇ, ਲੇਕਿਨ ਸੱਚ ਵਪਾਰ ਕਰੋ ਵਪਾਰੀ, ਦਰਗਹਿ ਨਿਭੈ ਖੇਪ ਤੁਮਾਰੀ। ਕਿਨਹੀ ਬਨ ਜਾ ਕਾਂਸੀ ਤਾਂਬਾ, ਕਿਨਹੀ ਲੌਂਗ ਸੁਪਾਰੀ। ਸੰਤੋ ਬਨ ਜਾ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ। ਕਹਿੰਦੇ ਇਹ ਹਟ ਕੇਵਲ ਗੁਰੂ ਦਿਖਾ ਸਕਦਾ। ਇਹ ਵਪਾਰ ਕਰਨ ਦੀ ਬਿਰਤੀ ਕੇਵਲ ਗੁਰੂ ਬਖਸ਼ਿਸ਼ ਕਰਦਾ ਹੈ। ਪੱਟਣ ਦਾ ਅਰਥ ਸ਼ਹਿਰ, ਉਹ ਘਣਾ ਸ਼ਹਿਰ ਜਿੱਥੇ ਬੈਠ ਕਰਕੇ ਸਾਨੂੰ ਰੱਬ ਚੇਤੇ ਆਵੇ, ਜਿੱਥੇ ਰੱਬ ਦੀਆਂ ਗੱਲਾਂ ਕੀਤੀਆਂ ਜਾਣ। ਜਿਵੇਂ ਆਹ ਗੁਰੂ ਕੀ ਸੰਗਤ ਹੈ ਨਾ, ਇੱਕ ਸ਼ਹਿਰ ਵਸਾ ਦਿੱਤਾ ਗੁਰੂ ਨੇ। ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਇੱਕੋ ਨਾਮ ਬਖਾਣੀ ਹੈ, ਇੱਕੋ ਨਾਮ ਹੁਕਮ ਹੈ। ਨਾਨਕ ਸਤਿਗੁਰ ਦੀਆ ਬੁਝਾਏ ਜਿਉ। ਹਟ ਪਟਣ ਘਰ, ਘਰ ਦਾ ਭਾਵ ਆਪਣਾ ਟਿਕਾਣਾ। ਸਾਡਾ ਟਿਕਾਣਾ ਕੀ? ਇੱਕ ਤਾਂ ਘਰ ਅਸੀਂ ਬਣਾਇਆ ਆਪਣੇ ਰਹਿਣ ਵਾਸਤੇ, ਜੀਵਨ ਜਿਉਣ ਵਾਸਤੇ, ਲੇਕਿਨ ਇੱਕ ਘਰ ਹੈ ਬੇਗਮਪੁਰਾ ਸ਼ਹਿਰ ਕੋ ਨਾਉ, ਦੁੱਖ ਅੰਦੋ ਨਹੀਂ ਤੇ ਠਾਉ। ਇੱਕ ਅਵਸਥਾ ਜੀਵਨ ਦੇ, ਜਿੱਥੇ ਜਾ ਕੇ ਬੰਦਾ ਬੇਗਮ ਹੋ ਜਾਂਦਾ ਹੈ, ਦੁੱਖਾਂ ਤੋਂ ਮੁਕਤ ਹੋ ਜਾਂਦਾ ਹੈ, ਸੁਖੀ ਜੀਵਨ ਪ੍ਰਾਪਤ ਕਰ ਲੈਂਦਾ ਹੈ। ਜਿਹਦੇ ਬਾਰੇ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਕਹਿੰਦੇ ਰੋਜ਼ ਪੜ੍ਹ ਕੇ ਸੋਇਆ ਕਰੋ। ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬੋਹਰ ਨਾ ਹੋਏਗੋ ਫੇਰਾ। ਉਹਦੇ ਅੱਗੇ ਅਰਦਾਸ ਕਰਿਆ ਕਰੋ, ਅੰਤਰਜਾਮੀ ਪੁਰਖ ਵਿਧਾਤੇ, ਸ਼ਰਧਾ ਮਨ ਕੀ ਪੂਰੇ। ਨਾਨਕ ਦਾਸ ਇਹ ਸੁਖ ਮੰਗੈ, ਮੋਕੋ ਕਰ ਸੰਤਨ ਕੀ ਧੂਰੇ। ਇਹ ਅਵਸਥਾ ਘਰ ਦੀ ਅਵਸਥਾ, ਨਿਜ ਘਰ ਦੀ ਅਵਸਥਾ, ਨਿਜ ਸਰੂਪ ਦੀ ਅਵਸਥਾ। ਇਸ ਘਰ ਦੇ ਵਿੱਚ ਟਿਕ ਜਾਣਾ, ਜਿਹਨੂੰ ਅਸੀਂ ਸਹਿਜ ਘਰ ਕਹਿੰਦੇ ਹਾਂ। ਹਟ ਪਟਣ ਘਰ ਗੁਰੂ ਦਿਖਾਇਆ, ਸਹਿਜੇ ਸੱਚ ਵਪਾਰੋ। ਖੰਡਤ ਨਿੰਦਰਾ ਅਲਪ ਆਹਾਰੰ, ਨਾਨਕ ਤਤ ਵਿਚਾਰੋ। ਕਹਿੰਦੇ ਘੱਟ ਖਾਣਾ, ਜੇ ਘੱਟ ਖਾਵਾਂਗੇ ਤਾਂ ਹੀ ਦੂਜੇ ਨਾਲ ਕੁਝ ਸ਼ੇਅਰ ਕਰਾਂਗੇ। ਜੇ ਬੰਦਾ ਸਾਰਾ ਕੁਝ ਆਪ ਹੀ ਹੜੱਪ ਕਰ ਜਾਏ, ਦੂਜੇ ਨੂੰ ਕੀ ਦੇਵੇਗਾ? ਵੰਡ ਕੇ ਕਿਵੇਂ ਛਕੇਗਾ? ਸਤਿਗੁਰੂ ਕਹਿੰਦੇ ਇਸ ਕਰਕੇ ਅਲਪ ਆਹਾਰ ਆਪਣੀ ਜ਼ਿੰਦਗੀ ਵਿੱਚ ਸੁਲਪਸੀ ਨਿੰਦਰਾ ਵਾਲੀ ਜੀਵਨ ਜਾਚ ਪ੍ਰਾਪਤ ਕਰਨੀ ਹੈ। ਖੰਡਤ ਨਿੰਦਰਾ, ਘੱਟ ਸੋਣਾ, ਅਲਪ ਆਹਾਰੰ, ਨਾਨਕ ਤਤ ਵਿਚਾਰੋ। ਕਹਿੰਦੇ ਜ਼ਿੰਦਗੀ ਦਾ ਇਹ ਤਤ ਵਿਚਾਰ ਆਪਣੇ ਜੀਵਨ ਦਾ ਆਧਾਰ ਬਣਾਓ। ਤੁਹਾਨੂੰ ਘਰ ਤਿਆਗਣ ਦੀ ਜ਼ਰੂਰਤ ਨਹੀਂ, ਤੁਹਾਨੂੰ ਬੱਚੇ ਤਿਆਗਣ ਦੀ ਜ਼ਰੂਰਤ ਨਹੀਂ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਸਾਹਮਣੇ ਜਦੋਂ ਇਹ ਮਸਲਾ ਆਇਆ, ਆਪ ਜੀ ਨੇ ਵੇਖਿਆ ਵੱਡੇ ਵੱਡੇ ਸਾਧੂ ਕਹਾਉਣ ਵਾਲੇ, ਮਹਾਪੁਰਸ਼ ਕਹਾਉਣ ਵਾਲੇ, ਸੰਤ ਕਹਾਉਣ ਵਾਲੇ, ਬ੍ਰਹਮ ਗਿਆਨੀ ਕਹਾਉਣ ਵਾਲੇ ਘਰ ਤੋਂ ਬਾਗੀ ਹੋ ਕੇ ਬੈਠੇ, ਪਰਿਵਾਰ ਤੋਂ, ਸਮਾਜ ਤੋਂ ਬਾਗੀ ਹੋ ਕੇ ਬੈਠੇ। ਜਦੋਂ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਪਹਿਲਾ ਸ਼ਬਦ ਦਰਜ ਹੋਇਆ, ਸਤਿਗੁਰੂ ਜੀ ਨੇ ਗੱਲਬਾਤ ਹੀ ਇੱਥੋਂ ਸ਼ੁਰੂ ਕੀਤੀ। ਕਹਿੰਦੇ ਸਾਧੋ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀਤਾ ਤੇ ਐਨਸ ਭਾਗੋ। ਤੁਹਾਨੂੰ ਬੱਚੇ ਤਿਆਗਣ ਦੀ ਜ਼ਰੂਰਤ ਨਹੀਂ ਸੀ, ਘਰ-ਬਾਰ ਤਿਆਗਣ ਦੀ ਜ਼ਰੂਰਤ ਨਹੀਂ ਸੀ, ਹੰਕਾਰ ਤਿਆਗਣ ਦੀ ਜ਼ਰੂਰਤ ਸੀ। ਪਹਿਲਾਂ ਵੀ ਤੁਸੀਂ ਹੰਕਾਰ ਕਰਦੇ ਸੋ ਵੀ ਅਸੀਂ ਬਹੁਤ ਕੁਝ ਇਕੱਠਾ ਕੀਤਾ, ਫਿਰ ਤਿਆਗ ਦਿੱਤਾ, ਫਿਰ ਉਹਦਾ ਹੰਕਾਰ ਕੀਤਾ, ਮੈਂ ਨਾ ਤਿਆਗ ਕੇ ਆ ਗਿਆ। ਹੰਕਾਰ ਪਹਿਲਾਂ ਵੀ ਬਣਿਆ ਰਿਹਾ ਤੇ ਹੁਣ ਹੰਕਾਰ ਹੋਰ ਦੁੱਗਣਾ ਚੌਗਣਾ ਹੋ ਗਿਆ। ਤੀਰਥ ਯਾਤਰਾਵਾਂ ਕੀਤੀਆਂ, ਉਹਦਾ ਹੰਕਾਰ ਪੈਦਾ ਹੋ ਗਿਆ। ਪੁੰਨਦਾਨ ਕੀਤਾ, ਉਹਦਾ ਹੰਕਾਰ ਪੈਦਾ ਹੋ ਗਿਆ। ਸਤਿਗੁਰੂ ਕਹਿੰਦੇ ਜੇ ਤਿਆਗਣਾ ਹੈ ਸਾਧੋ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀਤਾ ਤੇ ਐਨਸ ਭਾਗੋ। ਫਿਰ ਭਗਤ ਕਬੀਰ ਸਾਹਿਬ ਜੀ ਨੇ ਜੋ ਸ਼ਲੋਕ ਉਚਾਰਨ ਕੀਤੇ, ਸਭ ਤੋਂ ਅਖੀਰਲਾ ਸ਼ਲੋਕ, ਜੋ ਗ੍ਰਹਿ ਕਰੇ ਤਤ ਧਰਮ ਕਰ, ਨਾਹੀ ਤਾਂ ਕਰ ਬੈਰਾਗ। ਜੇ ਤੂੰ ਘਰੇਲੂ ਜ਼ਿੰਦਗੀ ਜੀ ਰਿਹਾ ਨਾ, ਜਿਹਨੂੰ ਫੈਮਿਲੀ ਲਾਈਫ ਕਹਿੰਦੇ ਆਪਾਂ, ਪਰਿਵਾਰਕ ਜ਼ਿੰਦਗੀ ਜੀ ਰਿਹਾ ਹੈ, ਗ੍ਰਹਿਸਥ ਜੀਵਨ ਵਿੱਚ ਰਹਿ ਕੇ ਜੀ ਰਿਹਾ ਹੈ, ਜੋ ਗ੍ਰਹਿ ਕਰੇ ਤਾਂ ਧਰਮ ਕਰ। ਧਰਮ ਦਾ ਅਰਥ ਆਪਣੇ ਫਰਜ਼ਾਂ ਦੀ ਪਹਿਚਾਣ ਕਰ, ਆਪਣੇ ਫਰਜ਼ਾਂ ਪ੍ਰਤੀ ਅਵੇਸਲਾ ਨਾ ਹੋ। ਸਾਨੂੰ 3 ਗੱਲਾਂ ਬਖਸ਼ਿਸ਼ ਕੀਤੀਆਂ, ਨਾਮ, ਦਾਨ, ਇਸ਼ਨਾਨ। ਨਾਮ ਦਾ ਭਾਵ ਕੀ? ਰੱਬ ਪ੍ਰਤੀ ਸਾਡਾ ਜੋ ਫਰਜ਼ ਹੈ ਉਸ ਨੂੰ ਨਿਭਾਉਣਾ। ਰੱਬ ਪ੍ਰਤੀ ਕੀ ਫਰਜ਼ ਹੈ? ਕਿ ਰੱਬ ਨੂੰ ਹਾਜ਼ਰ ਨਾਜ਼ਰ ਸਮਝਣਾ, ਰੱਬ ਦਾ ਸਿਮਰਨ ਕਰਨਾ। ਸਾਥ ਸਾਥ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ। ਜਾਂ ਜਾਂ ਪੇਖੋਂ ਤਾਂ ਹਜ਼ੂਰ ਦੂਰ ਕਤੋ ਨਾ ਜਾਈ। ਮਨ ਵਿੱਚ ਇਹ ਅਹਿਸਾਸ ਕਰਨਾ ਕਿ ਰੱਬ ਮੇਰੇ ਨਾਲ ਹੈ ਤੇ ਰੱਬ ਹਰ ਥਾਂ ਦੇ ਉੱਤੇ ਹਾਜ਼ਰ ਨਾਜ਼ਰ ਹੈ, ਮੈਨੂੰ ਵੇਖ ਰਿਹਾ ਹੋ। ਇਹ ਰੱਬ ਪ੍ਰਤੀ ਫਰਜ਼। ਦਾਨ ਦਾ ਭਾਵ ਕੀ? ਮਨੁੱਖਤਾ ਪ੍ਰਤੀ ਫਰਜ਼।
ਜਿਵੇਂ ਵੰਡ ਕੇ ਛਕਣ ਦੀ ਗੱਲ ਆ ਗਈ, ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਾਹ ਵੈਸਣ ਪਾਈਏ। ਔਰ ਇਸ਼ਨਾਨ ਦਾ ਕੀ ਫਰਜ਼ ਹੈ, ਭਾਵ ਹੈ, ਇਸ਼ਨਾਨ ਦਾ ਭਾਵ ਹੈ ਆਪਣੇ ਪ੍ਰਤੀ ਫਰਜ਼। ਅੰਦਰੋਂ ਤੇ ਬਾਹਰੋਂ ਇੱਕੋ ਜਿਹਾ ਹੋਣਾ। ਮਨ ਸਾਚਾ ਮੁਖ ਸਾਚਾ ਸੋਏ, ਅਵਰ ਨ ਪੇਖੈ ਏਕਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਸਤਿਗੁਰੂ ਕਹਿੰਦੇ ਇਹ ਨਾਮਦਾਨ ਇਸ਼ਨਾਨ ਪ੍ਰਮਾਤਮਾ ਪ੍ਰਤੀ ਸਾਡੇ ਜੋ ਫਰਜ਼ ਨੇ ਔਰ ਸਮਾਜ ਪ੍ਰਤੀ ਸਾਡੇ ਜੋ ਫਰਜ਼ ਨੇ, ਫਿਰ ਇਹਦੇ ਨਾਲ ਆਪਣੇ ਪ੍ਰਤੀ ਜੋ ਫਰਜ਼ ਨੇ, ਆਪਣੀ ਜੀਵਨ ਦੀ ਸੰਭਾਲ ਕਰਨੀ, ਸੱਚ ਦਾ ਜੀਵਨ ਜਿਉਣਾ, ਪਰਿਵਾਰਕ ਜ਼ਿੰਦਗੀ ਦੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣਾ, ਮਾਤਾ ਪਿਤਾ ਦੀ ਸੇਵਾ ਕਰਨੀ, ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਾਹ ਵੈਸਣ ਪਾਈਏ, ਸਰਬੱਤ ਦੇ ਭਲੇ ਵਾਸਤੇ ਤਤਪਰ ਰਹਿਣਾ। ਭਗਤ ਕਬੀਰ ਜੀ ਕਹਿੰਦੇ ਇਹ ਧਰਮ, ਇਹ ਫਰਜ਼, ਇਹ ਜੀਵਨ ਜਾਚ, ਇਹ ਤੋਂ ਅਵੇਸਲਾ ਨਾ ਹੋ। ਜੋ ਗ੍ਰਹਿ ਕਰੇ ਤਾਂ ਧਰਮ ਕਰ, ਨਹੀਂ ਤਾਂ ਕਰ ਬੈਰਾਗ। ਆਪਣੇ ਜੀਵਨ ਦੇ ਵਿੱਚ ਜੋ ਖਚਤ ਹੋਣਾ, ਮਾਇਆ ਦੇ ਜੋ ਵਿਕਾਰ ਨੇ, ਉਹਨੂੰ ਤਿਆਗ ਦੇ, ਉਹਦੇ ਪ੍ਰਤੀ ਬੈਰਾਗ ਪੈਦਾ ਕਰ। ਬੈਰਾਗੀ ਬੰਧਨ ਕਰੇ ਤਾਕੋ ਵੱਡੋ ਅਭਾਗ। ਜੇ ਬੈਰਾਗੀ ਬਣ ਗਿਆ, ਘਰ-ਬਾਰ ਤਿਆਗ ਦਿੱਤਾ, ਮੁੜ ਕੇ ਫੇਰ ਬੰਧਨਾਂ 'ਚ ਪਿਆ ਰਿਹਾ। ਸਾਰਾ ਦਿਨ ਰੋਟੀ ਬਾਰੇ ਸੋਚੀ ਗਿਆ ਵੀ ਕਿੱਥੋਂ ਮਿਲੇਗੀ, ਕੱਪੜੇ ਬਾਰੇ ਸੋਚੀ ਗਿਆ ਕਿੱਥੋਂ ਮਿਲੇਗੀ, ਚੇਲੇ ਬਣਾਉਣ ਵਾਸਤੇ ਸੋਚੀ ਗਿਆ, 2-4 ਬੱਚੇ ਤਿਆਗ ਦਿੱਤੇ ਘਰ ਦੇ ਤੇ ਸੈਂਕੜੇ ਚੇਲੇ ਬਣਾ ਕੇ ਬਹਿ ਗਿਆ। 100 ਗਜ ਦਾ ਪਲਾਟ ਤਿਆਗ ਦਿੱਤਾ, 10 ਕਿੱਲਿਆਂ 'ਚ ਡੇਰਾ ਬਣਾ ਕੇ ਬਹਿ ਗਿਆ, ਕਿਉਂਕਿ ਉਹ ਭਾਵਨਾ ਖਤਮ ਨਹੀਂ ਹੋਈ। ਬੈਰਾਗੀ ਬੰਧਨ ਕਰੇ ਤਾਕੋ ਵੱਡੋ ਅਭਾਗ। ਕਹਿੰਦੇ ਉਹਦੇ ਨਾਲ ਦਾ ਬਦਕਿਸਮਤ ਬੰਦਾ ਸੰਸਾਰ ਵਿੱਚ ਨਹੀਂ ਹੋ ਸਕਦਾ, ਜਿਹੜਾ ਬੈਰਾਗ ਕਰਨ ਤੋਂ ਬਾਅਦ ਵੀ ਬੰਧਨਾਂ 'ਚ ਪਿਆ ਰਹਿੰਦਾ। ਜੋ ਗ੍ਰਹਿ ਕਰੇ ਤਾਂ ਧਰਮ ਕਰ, ਨਹੀਂ ਤਾਂ ਕਰ ਬੈਰਾਗ। ਬੈਰਾਗੀ ਬੰਧਨ ਕਰੇ ਤਾਕੋ ਵੱਡੋ ਅਭਾਗ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਸਾਡੇ ਤੇ ਕਿਰਪਾ ਕਰ ਰਹੇ ਨੇ। ਮਨ ਰੇ ਹੇ ਮੇਰੇ ਮਨ, ਗ੍ਰਹਿ ਮਾਹੇ ਉਦਾਸ, ਸੱਚ ਸੰਜਮ ਕਰਨੀ ਸੋ ਕਰੇ, ਗੁਰਮੁਖ ਹੋਏ ਪ੍ਰਗਾਸ। ਸ੍ਰੀ ਰਾਗ ਮਹਿਲਾ ਤੀਜਾ। ਇਹਦਾ ਭਾਵ ਇਹ ਸ਼ਬਦ ਸ੍ਰੀ ਰਾਗ ਦੇ ਅੰਦਰ 2 ਨੰਬਰ ਦੇ ਰੂਪ ਦੇ ਵਿੱਚ ਤੀਸਰੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਹੈ। ਬਹੁ ਭੇਖ ਕਰ ਭਰਮਾਈਐ, ਮਨ ਹਿਰਦੈ ਕਪਟ ਕਮਾਏ। ਸਤਿਗੁਰੂ ਕਹਿੰਦੇ ਬਹੁਤ ਸਾਰੇ ਲੋਕ ਵਿਖਾਵੇ ਦੇ ਭੇਖ ਕਰਕੇ ਲੋਕਾਂ ਨੂੰ ਭਰਮਾਉਣ ਦਾ ਯਤਨ ਕਰਦੇ ਨੇ ਤੇ ਆਪਣੇ ਹਿਰਦੇ ਵਿੱਚ ਹਮੇਸ਼ਾ ਕਪਟ, ਫਰੇਬ, ਧੋਖਾ ਕਮਾਉਂਦੇ ਰਹਿੰਦੇ ਨੇ। ਇਹ ਗੰਦਗੀ ਇਕੱਠੀ ਕਰਕੇ ਰਹਿੰਦੇ ਨੇ। ਭੇਖ ਕਿਸੇ ਦੀ ਵੀ ਪਹਿਚਾਣ ਹੈ। ਬੱਚੇ ਸਕੂਲਾਂ 'ਚ ਪੜ੍ਹਦੇ ਨੇ, ਆਪਣੇ ਆਪਣੇ ਸਕੂਲ ਦੀ ਵਰਦੀ ਹੁੰਦੀ ਹੈ। ਵਰਦੀ ਪਰਪਸ ਨਹੀਂ ਹੈ, ਵਰਦੀ ਮਨੋਰਥ ਨਹੀਂ ਹੈ। ਵਰਦੀ ਇੱਕ ਪਹਿਚਾਣ ਹੈ, ਇੱਕ ਆਇਡੈਂਟੀਟੀ ਹੈ। ਜਿਸ ਸਕੂਲ ਦੇ ਬੱਚੇ ਚੰਗੇ ਬ੍ਰਿਗੇਡੀਅਰ ਬਣਦੇ ਨੇ, ਚੰਗੇ ਡਾਕਟਰ ਬਣਦੇ ਨੇ, ਚੰਗੇ ਇੰਜੀਨੀਅਰ ਬਣਦੇ ਨੇ, ਉਸ ਸਕੂਲ ਦੀ ਵਰਦੀ ਲੋਕ ਆਪੇ ਹੀ ਪਹਿਨਦੇ ਨੇ। ਆਰਮੀ ਵਿੱਚ ਜਦੋਂ ਬੰਦਾ ਭਰਤੀ ਹੁੰਦਾ ਹੈ, ਸਿਲੈਕਸ਼ਨ ਹੁੰਦੀ, ਸਭ ਤੋਂ ਪਹਿਲੇ ਨੰਬਰ ਦੇ ਉੱਤੇ ਵਰਦੀ ਉਹਨੂੰ ਭੇਖ ਦਿੱਤਾ ਜਾਂਦਾ ਵੀ ਤੂੰ ਆਪਣੀ ਪਹਿਚਾਣ ਬਣਾ ਕੇ ਰੱਖਣੀ ਹੈ। ਫਿਰ ਰੈਂਕ ਦੇ ਮੁਤਾਬਕ ਉਹਨਾਂ ਦੇ ਸਟਾਰ ਨੇ। ਪੁਲਿਸ ਮਹਿਕਮਾ, ਉਹਦੇ ਵਿੱਚ ਬਕਾਇਦਾ ਭੇਖ ਨੂੰ ਤਰਜੀਹ ਦਿੱਤੀ ਜਾਂਦੀ ਹੈ। SSP ਦੀ ਪਹਿਚਾਣ ਉਹਦੇ ਭੇਖ ਤੋਂ ਹੈ, DSP ਦੀ ਪਹਿਚਾਣ ਉਹਦੇ ਭੇਖ ਤੋਂ ਹੈ, ਸਿਪਾਹੀ ਦੀ ਪਹਿਚਾਣ ਉਹਦੇ ਭੇਖ ਤੋਂ ਹੈ। ਔਰ ਮੈਂ ਤਾਂ ਇੱਥੋਂ ਤੱਕ ਗੱਲ ਕਰਾਂਗਾ ਕਿ ਬਾਬੇ ਭੇਖ ਬਣਾਇਆ, ਉਦਾਸੀ ਕੀ ਰੀਤ ਚਲਾਈ। ਸਤਿਗੁਰੂ ਪਾਤਸ਼ਾਹ ਜੀ ਨੇ ਪਹਿਚਾਣ ਬਣਾਉਣ ਵਾਸਤੇ ਇੱਕ ਖਾਸ ਭੇਖ ਧਾਰਨ ਕਰਕੇ ਤੁਰੇ। ਸਤਿਗੁਰੂ ਪਾਤਸ਼ਾਹ ਚੜਿਆ ਸੋਧਣ ਧਰਤ ਲੋਕਾਈ। ਲੇਕਿਨ ਭੇਖ ਦੇ ਨਾਲ ਜੇਕਰ ਅੰਦਰੋਂ ਜੋ ਭੇਖ ਪਹਿਨਿਆ, ਜਿਹੜੀ ਵਰਦੀ ਪਹਿਨੀ ਹੈ, ਕਈ ਵਾਰੀ ਅਸੀਂ ਇਹ ਸੁਣਦੇ ਆ ਨਾ, ਫਲਾਨੀ ਥਾਂ ਦੇ ਉੱਤੇ ਨਕਲੀ ਥਾਣੇਦਾਰ ਫੜਿਆ ਗਿਆ, ਨਕਲੀ SP ਫੜਿਆ ਗਿਆ, DSP ਫੜਿਆ ਗਿਆ। ਵਰਦੀ ਪਾਈ ਹੈ ਲੇਕਿਨ ਆਥੋਰਾਈਜ਼ਡ ਨਹੀਂ ਹੋ, ਪ੍ਰਵਾਨਿਤ ਨਹੀਂ ਹੋ। ਇਵੇਂ ਬਹੁਤ ਸਾਰੇ ਲੋਕ ਧਰਮ ਦੀ ਦੁਨੀਆ ਵਿੱਚ ਭੇਖ, ਕੱਪੜੇ, ਵਸਤਰ, ਧਾਰਮਿਕ ਜ਼ਿੰਦਗੀ ਦੇ ਪਾ ਕੇ ਬੈਠੇ ਨੇ, ਲੇਕਿਨ ਅੰਦਰੋਂ ਕੀ ਨੇ? ਸਤਿਗੁਰੂ ਕਹਿੰਦੇ ਮਨ ਹਿਰਦੈ ਕਪਟ ਕਮਾਏ। ਮਨ ਵਿੱਚ, ਹਿਰਦੇ ਵਿੱਚ ਬਹੁਤ ਸਾਰਾ ਕਪਟ ਲੈ ਕੇ ਬਹਿੰਦੇ ਹੋ। ਉਹਨਾਂ ਦੀ ਹਾਲਤ ਕਿੱਦਾਂ ਦੀ ਹੁੰਦੀ? ਉਹ ਆਪਣੀ ਜ਼ਿੰਦਗੀ ਵਿੱਚ ਹਰ ਕਾ ਮਹਿਲ ਨਾ ਪਾਵੇ, ਮਰ ਵਿਸ਼ਟਾ ਮਾਹੇ ਸਮਾਏ। ਉਹ ਹਰੀ ਦਾ ਮਹਿਲ ਜੋ ਟਿਕਾਣਾ ਹੈ, ਜਿਹਦੇ ਵਿੱਚ ਅਸੀਂ ਦਾਖਲ ਹੋਣਾ, ਜਿੱਥੇ ਰਹਿ ਕੇ ਆਪਣੀ ਜ਼ਿੰਦਗੀ ਬਤੀਤ ਕਰਨੀ, ਜਿਹਦੇ ਨਾਲ ਜੁੜਨਾ ਹੈ, ਨਾ ਪਾਵੇ, ਉਹਦੀ ਪ੍ਰਾਪਤੀ ਨਹੀਂ ਹੁੰਦੀ। ਮਨ ਹਿਰਦੈ ਕਪਟ ਕਮਾਏ ਤੇ ਮਰ ਵਿਸ਼ਟਾ ਮਾਹੇ ਸਮਾਏ। ਤੇ ਉਹ ਵਿਕਾਰਾਂ ਦੀ ਗੰਦਗੀ ਵਿੱਚ ਹੀ, ਮਲ ਵਿੱਚ ਹੀ ਸਮਾਇਆ ਰਹਿੰਦਾ ਹੈ। ਜਦੋਂ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਨੇ
ਗੁਰਤਾ ਗੱਦੀ ਦੀ ਸੇਵਾ ਸੰਭਾਲੀ। ਗੁਰੂ ਪਿਤਾ ਜੀ ਨੇ ਬਖਸ਼ਿਸ਼ ਕੀਤੀ, ਕਿਉਂਕਿ ਆਗਿਆਕਾਰੀ ਗੁਰੂ ਅਰਜਨ ਪਾਤਸ਼ਾਹ ਜਿਸ ਪੱਧਰ ਦੇ ਉੱਤੇ ਹੋਏ, ਬਾਬਾ ਪਿਰਥੀਆ ਜੀ ਉਹ ਗੱਲ ਨਹੀਂ ਸਮਝ ਸਕੇ। ਔਰ ਬਾਬਾ ਪਿਰਥੀਆ ਜੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਸਾਹਮਣੇ ਵੀ ਕਈ ਵਾਰੀ ਅਵਾ ਤਵਾ ਬੋਲਦੇ। ਸਤਿਗੁਰੂ ਪਾਤਸ਼ਾਹ ਜੀ ਨੂੰ ਸੰਬੋਧਨ ਕਰਕੇ ਗੱਲ ਕਰਨੀ ਪੈਂਦੀ। ਕਾਹੇ ਪੂਤ ਝਗਰਤ ਹੋ ਸੰਗ ਬਾਪ, ਜਿਨ ਕੇ ਜਣੇ ਵਡੀਰੇ ਤੁਮ ਹੋ ਤਿੰਨ ਸਿਉ ਝਗਰਤ ਪਾਪ। ਔਰ ਜਦੋਂ ਗੁਰਤਾ ਗੱਦੀ ਵਾਸਤੇ ਪੇਸ਼ ਨਾ ਗਈ ਤੇ ਬਾਬਾ ਪਿਰਥੀਆ ਜੀ ਨੇ ਨਾਕਾਬੰਦੀ ਲਾ ਦਿੱਤੀ। ਜਿਹੜੀ ਕਾਰਪੇਟ ਆਣੀ ਆਪ ਉਗਰਾ ਲੈਣੀ ਤੇ ਲੰਗਰ ਛਕਣ ਵਾਸਤੇ, ਰਹਿائش ਵਾਸਤੇ, ਹੋਰ ਕਾਰਜਾਂ ਵਾਸਤੇ, ਹੋਰ ਪ੍ਰਬੰਧ ਵਾਸਤੇ ਗੁਰੂ ਅਰਜਨ ਸਾਹਿਬ ਜੀ ਦੇ ਦਰਬਾਰ ਵਿੱਚ ਭੇਜ ਦੇਣਾ ਸੰਗਤ ਨੂੰ। ਲੰਗਰ ਦੀ ਹਾਲਤ ਬੜੀ ਖਸਤਾ ਹੋ ਗਈ, ਛੋਲਿਆਂ ਦੀ ਮੁੱਠੀ ਤੱਕ ਪਹੁੰਚ ਗਈ ਗੱਲ। ਲੇਕਿਨ ਸਤਿਗੁਰੂ ਅਰਜਨ ਪਾਤਸ਼ਾਹ ਜੀ ਨੇ ਯਤਨ ਕੀਤਾ ਕਿ ਲੰਗਰ ਦੀ ਪ੍ਰਥਾ ਨੂੰ, ਹੋਰ ਜੋ ਮਰਜ਼ਾਦਾ ਸੀ ਉਹਨੂੰ ਬੰਦ ਨਹੀਂ ਹੋਣ ਦਿੱਤਾ। ਭਾਈ ਗੁਰਦਾਸ ਸਾਹਿਬ ਜੀ ਉਸ ਵੇਲੇ ਆਗਰੇ ਦੇ ਇਲਾਕੇ ਵਿੱਚ, ਯੂਪੀ ਦੇ ਇਲਾਕੇ ਵਿੱਚ, ਬਨਾਰਸ ਦੇ ਇਲਾਕੇ ਵਿੱਚ ਧਰਮ ਪ੍ਰਚਾਰ ਕਰ ਰਹੇ ਸਨ। ਉਹਨਾਂ ਨੂੰ ਪਤਾ ਲੱਗਿਆ, ਵਾਪਸ ਆਏ। ਵਾਪਸ ਆ ਕੇ ਹਾਲਾਤ ਵੇਖੇ, ਹੈਰਾਨ ਹੋ ਗਏ। ਤੇ ਆਪ ਜੀ ਨੇ ਫਿਰ 36 ਨੰਬਰ ਵਾਰ ਉਚਾਰਨ ਕੀਤੀ, ਜਿਹਦੇ ਵਿੱਚ ਮੀਣਿਆਂ ਪ੍ਰਤੀ ਜੋ ਆਪਣੀ ਭਾਵਨਾ ਸੀ ਉਹ ਪ੍ਰਗਟ ਕੀਤੀ। ਮੀਣੇ ਦਾ ਅਰਥ ਹੈ ਕਪਟੀ, ਚੀਟਰ ਜਿਹਨੂੰ ਆਪਾਂ ਕਹਿ ਸਕਦੇ ਹਾਂ, ਜਿਹੜਾ ਲੋਕਾਂ ਨਾਲ ਧੋਖਾ ਕਰਦਾ ਹੋਵੇ, ਹੇਰਾਫੇਰੀ ਕਰਦਾ ਹੋਵੇ। ਉਹਨਾਂ ਨੇ ਫਿਰ ਜਿਵੇਂ ਤੰਤਰ ਸ਼ਾਸਤਰ ਦੇ ਵਿੱਚ ਲਿਖੀਆਂ ਹੋਈਆਂ ਗੱਲਾਂ ਨੇ ਨਾ, ਕਈ ਕਹਾਣੀਆਂ ਨੇ, ਇਸ ਪੱਧਰ ਦੇ ਉੱਤੇ ਵੀ ਗੱਲ ਕੀਤੀ। ਕਹਿਣ ਲੱਗੇ ਇਹਨਾਂ ਦੀ ਹਾਲਤ ਕਪਟੀਆਂ ਦੀ, ਫਰੇਬੀਆਂ ਦੀ ਕਿੱਦਾਂ ਦੀ ਹੈ। ਇੱਕ ਗਿੱਦੜ ਕਿਤੇ ਜੰਗਲ ਤੋਂ ਭੱਜ ਕੇ ਸ਼ਹਿਰ ਵੱਲ ਨੂੰ ਆਇਆ। ਕੁਦਰਤੀ ਨਿਲਾਰੀ ਦਾ ਮੱਟ ਪਿਆ ਸੀ, ਦੁਕਾਨ ਸੀ ਨਿਲਾਰੀ ਦੀ, ਕੱਪੜੇ ਰੰਗਣ ਦੀ। ਮੱਟ ਵਿੱਚ ਪਾਣੀ ਦੇ ਵਿੱਚ ਰੰਗ ਘੋਲਿਆ ਪਿਆ ਸੀ, ਉਹ 'ਚ ਡਿੱਗ ਪਿਆ। ਉਹ ਜਦੋਂ ਡਿੱਗਿਆ ਤੇ ਰੰਗਿਆ ਗਿਆ। ਚਲਾਕ ਸੀ, ਕਪਟੀ ਸੀ, ਉਹਨੇ ਸੋਚਿਆ ਹੁਣ ਮੇਰਾ ਕੰਮ ਬੜਾ ਬਣ ਗਿਆ, ਮੈਂ ਹੁਣ ਜੰਗਲ ਵਿੱਚ ਜਾਵਾਂਗਾ, ਬੜੀ ਟੌਰ ਨਾਲ ਲੋਕਾਂ ਦੇ ਉੱਤੇ, ਜਾਨਵਰਾਂ ਦੇ ਉੱਤੇ ਆਪਣਾ ਰਾਜ ਚਲਾਵਾਂਗਾ, ਹਕੂਮਤ ਚਲਾਵਾਂਗਾ। ਨਿਲਾਰੀ ਦੇ ਮੱਟ ਵਿੱਚ ਪੈ ਗਿੱਦੜ ਰੱਤਾ, ਗਿੱਦੜ ਦਾ ਭਾਵ ਜੈਕਲ। ਜੰਗਲ ਅੰਦਰ ਜਾਏ ਕੇ ਪਖੰਡ ਕਮਤਾ, ਦਰ ਸੇਵੈ ਮਿਰਗਾਵਲੀ ਹੋਏ ਬਹਿ ਅਵਤਾ। ਮਿਰਗਾਵਲੀ ਦਾ ਭਾਵ ਹਿਰਨ ਆਦਿਕ ਜਾਨਵਰ ਜਿਹੜੇ ਨੇ ਵਿਚਾਰੇ ਥਰ ਥਰ ਕੰਬ ਰਹੇ ਵੀ ਬਾਦਸ਼ਾਹ ਨਵਾਂ ਆ ਗਿਆ, ਹਕੂਮਤ ਬਦਲ ਗਈ। ਇਸ ਕਰਕੇ ਦਰ ਸੇਵੇ ਮਿਰਗਾਵਲੀ ਉਹ ਖੜੇ ਹੋ ਕੇ ਬੜੀ ਸੇਵਾ ਕਰ ਰਹੇ ਹੈ। ਹੋਏ ਬਹਿ ਅਵਤਾ, ਬੜਾ ਚੌੜਾ ਹੋ ਕੇ ਬਹਿੰਦਾ, ਬਹੁਤ ਹੰਕਾਰੀ ਹੋ ਕੇ ਬਹਿੰਦਾ ਹੈ। ਕਰੇ ਹਕੂਮਤ ਅਗਲੀ ਕੂੜੇ ਮਦ ਮੱਤਾ, ਝੂਠੇ ਮਦ ਵਿੱਚ, ਨਸ਼ੇ ਵਿੱਚ, ਜਿਵੇਂ ਕੋਈ ਨਸ਼ੇੜੀ ਹੁੰਦਾ ਨਾ, ਉਹਨੂੰ ਹੋਸ਼ ਹਵਾਸ ਨਹੀਂ ਹੁੰਦੀ, ਇਵੇਂ ਰਾਜ ਮਦ ਦੇ ਵਿੱਚ ਮਤਿਆ ਹੋਇਆ ਹਕੂਮਤ ਕਰ ਰਿਹਾ ਹੈ। ਪਰ ਹੋਇਆ ਕੀ, ਉਹਦੇ ਸਾਥੀ ਆ ਗਏ। ਬੈਠਾ ਸੀ ਨਾ ਸ਼ੇਰ ਬਣ ਕੇ, ਭੇਖ ਧਾਰਨ ਕਰਕੇ ਸ਼ੇਰ ਦਾ ਬਾਦਸ਼ਾਹ ਬਣ ਕੇ ਬੈਠਾ ਸੀ। ਸਾਥੀ ਆ ਕੇ ਜਦੋਂ ਬਾਕੀ ਗਿੱਦੜ ਆਏ ਨਾ, ਉਹ ਬੋਲਣ ਲੱਗ ਪਏ ਤੇ ਫਿਰ ਉਹ ਤੋਂ ਰਿਹਾ ਨਾ ਗਿਆ। ਬੋਲਣ ਕਾਜ ਵਿਗਾੜਿਆ, ਬੋਲਣ ਕਾਜ ਉਗਾੜਿਆ ਜਿਉਂ ਮੂਲੀ ਪੱਤਾ। ਜਿਵੇਂ ਕਿਸੇ ਨੇ ਮੂਲੀ ਖਾਧੀ ਹੋਵੇ ਨਾ, ਉਹਦੇ ਮੂੰਹ ਤੋਂ ਸਮੈਲ ਆਉਂਦੀ ਹੈ, ਉਹ ਪ੍ਰਗਟ ਹੋ ਜਾਂਦੀ, ਇਵੇਂ ਉਹਦਾ ਪਾਜ ਉਗੜ ਗਿਆ। ਤੇ ਤਿਉਂ ਦਰਗਹਿ ਮੀਣਾ ਮਾਰੀਏ ਕਰ ਕੂੜਕ ਪਤਾ। ਜਿਹੜੇ ਕਪਟੀ ਲੋਕ ਨੇ ਨਾ, ਹੇਰਾਫੇਰੀ ਕਰਨ ਵਾਲੇ, ਕੇਵਲ ਬਾਹਰਲਾ ਭੇਖ ਬਣਾਉਣ ਵਾਲੇ, ਉਹਨਾਂ ਦੀ ਹਾਲਤ ਫਿਰ ਇਸ ਗਿੱਦੜ ਵਰਗੀ ਹੁੰਦੀ। ਇਸ ਕਪਟ ਦੇ ਨਾਲ ਉਹ ਇਸ ਤਰ੍ਹਾਂ ਲਪੇਟੇ ਜਾਂਦੇ ਫਿਰ ਆਪਣੇ ਜਾਲ ਦੇ ਵਿੱਚ। ਤਿਉਂ ਦਰਗਹਿ ਮੀਣਾ ਮਾਰੀਏ ਕਰ ਕੂੜਕ ਪਤਾ। ਇਹ ਪੌੜੀਆਂ ਸੁਚੇਤ ਕਰਨ ਵਾਸਤੇ ਗੁਰੂ ਦਮ ਤੋਂ, ਪਖੰਡੀ ਦੇਹ ਧਾਰੀਆਂ ਤੋਂ ਸਾਨੂੰ ਅਲਰਟ ਕੀਤਾ ਭਾਈ ਗੁਰਦਾਸ ਸਾਹਿਬ ਜੀ ਨੇ ਕਿ ਇਹਨਾਂ ਲੋਕਾਂ ਦੀ ਹਾਲਤ ਕਿੱਦਾਂ ਦੀ ਹੈ। ਜਿਹਨੂੰ ਗੁਰੂ ਅਮਰਦਾਸ ਪਾਤਸ਼ਾਹ ਜੀ ਫਰਮਾਨ ਕਰ ਰਹੇ ਨੇ, ਬਹੁਤ ਭੇਖ ਕਰ ਭਰਮਾਈ ਹੈ। ਬਹੁਤ ਸਾਰੇ ਲੋਕ ਭੇਖ ਧਾਰਨ ਕਰਕੇ ਲੋਕਾਂ ਨੂੰ ਭਰਮਾਉਣ ਦਾ ਯਤਨ ਕਰਦੇ ਨੇ, ਝੂਠ ਵਿੱਚ ਫਸਾਉਣ ਦਾ ਯਤਨ ਕਰਦੇ ਨੇ। ਮਨ ਹਿਰਦਾ ਕਪਟ ਕਮਾਏ, ਮਨ ਵਿੱਚ, ਹਿਰਦੇ ਵਿੱਚ ਕਪਟ ਕਮਾਉਂਦੇ ਹਨ। ਹਰ ਕਾ ਮਹਿਲ ਨਾ ਪਾਵੇ, ਉਹ ਹਰੀ ਦਾ ਜੋ ਮਹਿਲ ਹੈ, ਟਿਕਾਣਾ ਹੈ, ਉਹਦੇ ਚਰਨ ਹਨ, ਸੁਖਦਾਈ ਹਨ, ਉਹ ਫਿਰ ਪ੍ਰਾਪਤ ਨਹੀਂ ਕਰ ਸਕਦੇ। ਮਰ ਆਤਮਿਕ ਮੌਤੇ ਮਰ ਕੇ ਬਿਸ਼ਟਾ ਮਾਹੇ ਸਮਾਏ, ਉਹ ਵਿਕਾਰਾਂ ਦੀ ਬਿਸ਼ਟਾ ਵਿੱਚ, ਵਿਕਾਰਾਂ ਦੀ ਗੰਦਗੀ ਵਿੱਚ ਸਮਾਈ ਰਹਿੰਦੇ ਨੇ। ਇਸ ਕਰਕੇ ਸਤਿਗੁਰੂ ਕਹਿੰਦੇ, ਮੈਂ ਮਨੁੱਖਤਾ ਨੂੰ ਇਹ ਸਲਾਹ ਦਿੰਦਾ, ਮਨ ਰੇ ਗ੍ਰੇਹੀ ਮਾਹੇ ਉਦਾਸ, ਸੱਚ ਸੰਜਮ ਕਰਨੀ ਸੋ ਕਰੇ, ਗੁਰਮੁਖ ਹੋਏ ਪ੍ਰਗਾਸ। ਰਹਾਓ ਗੁਰ ਕੈ ਸ਼ਬਦ ਮਨ ਜੀਤਿਆ, ਗਤ ਮੁਕਤ ਘਰੈ ਮੈਂ ਪਾਏ। ਜਿਨ੍ਹਾਂ ਨੇ ਗੁਰੂ ਕੇ ਸ਼ਬਦ ਦੁਆਰਾ ਆਪਣੇ ਮਨ ਨੂੰ ਜਿੱਤ ਲਿਆ। ਗੁਰੂ ਸਾਹਿਬ ਕਹਿੰਦੇ ਸਾਨੂੰ ਹਥਿਆਰ ਚੁੱਕ ਕੇ ਤੁਰਨ ਦੀ ਜ਼ਰੂਰਤ ਨਹੀਂ,
ਜਿਵੇਂ ਸਿਕੰਦਰ ਕਹਿੰਦਾ ਸੀ ਮੈਂ ਪੂਰੇ ਵਿਸ਼ਵ ਨੂੰ ਜਿੱਤਣਾ, ਮੈਂ ਵਿਸ਼ਵ ਜੇਤੂ ਬਣਨਾ ਹੈ। ਔਰੰਗਜ਼ੇਬ ਨੇ ਆਪਣੇ ਆਪ ਨੂੰ ਆਲਮਗੀਰੀ ਕਿਹਾ। ਜਹਾਂਗੀਰ, ਜਿਹਦਾ ਨਾਂ ਸਲੀਮ ਸੀ, ਆਪਣੇ ਆਪ ਨੂੰ ਜਹਾਂਗੀਰ ਕਹਿੰਦਾ ਸੀ। ਜਹਾਂਗੀਰ ਦਾ ਭਾਵ ਪੂਰੇ ਜਹਾਨ ਨੂੰ ਆਪਣੀ ਪਕੜ 'ਚ ਲੈਣ ਵਾਲਾ। ਆਲਮਗੀਰ ਦਾ ਭਾਵ ਪੂਰੇ ਸੰਸਾਰ ਨੂੰ ਆਪਣੀ ਪਕੜ 'ਚ ਲੈਣ ਵਾਲਾ। ਇਹ ਆਪਣੇ ਲਕਬ ਰੱਖੇ ਉਹਨਾਂ ਲੋਕਾਂ ਨੇ ਕਿ ਅਸੀਂ ਸੰਸਾਰ ਦੇ ਜੇਤੂ ਬਣਨਾ ਹੈ। ਪਰ ਗੁਰੂ ਨਾਨਕ ਸਾਹਿਬ ਜੀ ਦੇ ਮੱਤ ਨੇ ਸਾਨੂੰ ਬੜਾ ਸੌਖਾ ਰਸਤਾ ਦਿੱਤਾ। ਕਹਿੰਦੇ ਮਨ ਜੀਤੈ ਜਗ ਜੀਤ। ਜੇ ਤੁਸੀਂ ਜਗਤ ਦੇ ਜੇਤੂ ਬਣਨਾ ਨਾ ਤੇ ਮਨ ਦੇ ਉੱਤੇ ਜਿੱਤ ਪ੍ਰਾਪਤ ਕਰੋ। ਠਾਕੁਰ ਗਾਈਏ ਆਤਮ ਰੰਗ, ਸ਼ਰਣੀ ਪਾਵਨ ਨਾਮ ਧਿਆਵਨ ਸਹਿਜ ਸਮਾਵਨ ਸੰਗ। ਆਪਣੀ ਜ਼ਿੰਦਗੀ ਵਿੱਚ ਤੁਸੀਂ ਜਿੱਤ ਸਕਦੇ ਹੋ ਜੇਕਰ ਆਪਣੇ ਜੀਵਨ ਦੇ ਵਿੱਚ ਆਪਣੇ ਤੇ ਕਾਬੂ ਪਾ ਲਓ, ਮਨ ਦੇ ਉੱਤੇ ਕਾਬੂ ਪਾ ਲਓ। ਤੇ ਮਨ ਕਾਬੂ ਕਿਵੇਂ ਆਣਾ ਹੈ? ਗੁਰ ਕੈ ਸ਼ਬਦ, ਗੁਰੂ ਦੇ ਸ਼ਬਦ ਦੀ ਰਾਹੀਂ ਮਨ ਜੀਤਿਆ ਗਤ। ਗਤ ਦਾ ਭਾਵ ਉੱਚੀ ਆਤਮਿਕ ਅਵਸਥਾ। ਮੁਕਤ, ਮੁਕਤੀ। ਮੁਕਤੀ ਮਰਨ ਤੋਂ ਬਾਅਦ ਨਹੀਂ ਜਿਸ ਤਰ੍ਹਾਂ ਦੀ ਲੋਕ ਸੋਚਦੇ ਆ, ਬਲਕਿ ਮੁਕਤੀ ਦਾ ਭਾਵ ਹੈ ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਕਹਾਵੈ। ਪ੍ਰਭੂ ਦੀ ਆਗਿਆ ਦੇ ਨਾਲ, ਭਾਣੇ ਦੇ ਨਾਲ ਹਿਤ ਕਰਨਾ, ਪਿਆਰ ਕਰਨਾ, ਉਹਨੂੰ ਸਤ ਕਰਕੇ ਮੰਨਣਾ। ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਕਹਾਵੈ। ਤੈਸਾ ਹਰਖ ਤੈਸਾ ਉਸ ਸੋਗ, ਸਦਾ ਅਨੰਤ ਨਹੀਂ ਵਿਯੋਗ। ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਵਿਖਾਟੀ। ਅੰਮ੍ਰਿਤ ਦਾ ਭਾਵ ਸੁੱਖ ਤੇ ਵਿਖ ਦਾ ਭਾਵ ਦੁੱਖ। ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜਾਨ। ਜੋ ਵਰਤਾਏ ਸਾਈ ਜੁਗਤ, ਜੋ ਪ੍ਰਮਾਤਮਾ ਵਰਤਾਰਿਆ ਉਹਨੂੰ ਜੁਗਤੀ ਮੰਨਣਾ, ਭਲੇ ਵਾਸਤੇ ਮੰਨਣਾ, ਸੱਚ ਵਾਸਤੇ ਮੰਨਣਾ। ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਹੀ ਹੈ ਜੀਵਨ ਮੁਕਤ। ਕਹਿੰਦੇ ਜਿਹੜਾ ਬੰਦਾ ਇਹ ਕੁਆਲਿਟੀ ਆਪਣੇ ਅੰਦਰ ਪੈਦਾ ਕਰਦਾ ਨਾ, ਗੁਣ ਪੈਦਾ ਕਰਦਾ, ਆਹ ਜੀਵਨ ਜਿਉਂਦਾ ਹੈ, ਉਸ ਮਨੁੱਖ ਨੂੰ ਜੀਵਨ ਮੁਕਤੀ ਪ੍ਰਾਪਤ ਹੋ ਜਾਂਦੀ। ਗਤ ਮੁਕਤ, ਉਹਨੂੰ ਫਿਰ ਘਰ ਤਿਆਗਣ ਦੀ ਜ਼ਰੂਰਤ ਨਹੀਂ। ਸਤਿਗੁਰ ਕੀ ਐਸੀ ਵਡਿਆਈ, ਪੁੱਤਰ ਕਲੱਤਰ ਵਿੱਚੇ ਗਤ ਪਾਈ। ਉਹ ਘਰ ਵਿੱਚ ਰਹਿੰਦਾ ਹੋਇਆ ਹੀ ਆਪਣੇ ਜੀਵਨ ਨੂੰ ਐਡਾ ਪਵਿੱਤਰ ਕਰ ਲੈਂਦਾ ਹੈ ਕਿ ਜੈਸੇ ਜਲ ਮੈਂ ਕਮਲ ਨਿਰਾਲਮ, ਮੁਰ ਗਾਈ ਨ ਸਾਣੈ। ਸੁਰਤ ਸ਼ਬਦ ਭਵ ਸਾਗਰ ਤਰੀਏ, ਨਾਨਕ ਨਾਮ ਬਖਾਣੈ। ਗੁਰ ਕੈ ਸ਼ਬਦ ਮਨ ਜੀਤਿਆ, ਗਤ ਮੁਕਤ ਘਰੈ ਮੈਂ ਪਾਏ। ਉਹਨਾਂ ਨੇ ਉੱਚ ਆਤਮਿਕ ਅਵਸਥਾ ਤੇ ਮੁਕਤੀ ਆਪਣੇ ਘਰ ਵਿੱਚ ਰਹਿ ਕੇ ਹੀ ਪ੍ਰਾਪਤ ਕਰ ਲਈ। ਇਸ ਕਰਕੇ ਸਤਿਗੁਰੂ ਕਹਿੰਦੇ ਫਿਰ ਇਹ ਪ੍ਰਾਪਤ ਕਰਨ ਵਾਸਤੇ ਕੀ ਕਰਨਾ ਹੋਰ? ਹਰ ਕਾ ਨਾਮ ਧਿਆਈਐ। ਪਰਮਾਤਮਾ ਦਾ ਨਾਮ ਧਿਆਈਏ ਕਹਿੰਦੇ। ਹੁਣ ਨਾਮ ਕਿਵੇਂ ਧਿਆਇਆ ਜਾਏ? ਅਸੀਂ ਜਾ ਜਾ ਕੇ ਪੁੱਛਦੇ ਹਾਂ ਵੀ ਸਾਨੂੰ ਦੱਸੋ ਨਾਮ ਕਿਵੇਂ ਸਿਮਰਨਾ। ਕੋਈ ਸਾਨੂੰ ਕਹਿੰਦਾ ਵੀ ਤੁਸੀਂ ਇਸ ਤਰ੍ਹਾਂ ਕਰੋ ਵੀ ਲੱਖ ਵਾਰੀ ਲਿਖ ਲਓ, ਫਿਰ ਉਹਦਾ ਲੱਖ 2 ਲੱਖ ਵਾਰੀ ਉਚਾਰਨ ਕਰ ਲਓ। ਸਾਡੀ ਹਾਲਤ ਕਈ ਵਾਰੀ ਇਸ ਤਰ੍ਹਾਂ ਦੀ ਹੁੰਦੀ ਜਿਵੇਂ ਪੰਜਾਬੀ ਟੀਚਰ ਕੋਲ ਜਾ ਕੇ ਫਿਜ਼ਿਕਸ ਪੜ੍ਹਨ ਦੀ ਗੱਲ ਕਰੀਏ। ਉਹਨੂੰ ਕਹੀਏ ਸਾਨੂੰ ਕੈਮਿਸਟਰੀ ਪੜ੍ਹਾ, ਹਿੰਦੀ ਵਾਲੇ ਨੂੰ। ਜਿਹੜਾ ਹਿੰਦੀ ਦਾ ਟੀਚਰ ਹੈ ਹਿੰਦੀ ਪੜ੍ਹਾ ਸਕਦਾ, ਕੈਮਿਸਟਰੀ ਕਿਵੇਂ ਪੜ੍ਹਾਏਗਾ ਉਹ? ਜਿਨ੍ਹਾਂ ਲੋਕਾਂ ਨੇ ਕਦੀ ਸਿਮਰਨ ਨਾਲ ਵਾਸਤਾ ਹੀ ਨਹੀਂ ਰੱਖਿਆ, ਭਗਤੀ ਨਾਲ ਕਦੀ ਵਾਸਤਾ ਨਹੀਂ ਰੱਖਿਆ, ਜਿਨ੍ਹਾਂ ਦਾ ਸਬਜੈਕਟ ਕੋਈ ਨਹੀਂ, ਤੇ ਉਹਨਾਂ ਕੋਲ ਜਾ ਕੇ ਅਸੀਂ ਸੋਚੀਏ ਵੀ ਇਹ ਭਗਤੀ ਦਾ ਪ੍ਰੋਫੈਸਰ ਹੈ, ਸਾਨੂੰ ਭਗਤੀ ਸਿਖਾ, ਨਾਮ ਸਿਮਰਨ ਸਿਖਾ। ਆ ਬੈਠੇ ਨੇ ਇੱਥੇ 15 ਭਗਤ, 6 ਗੁਰੂ ਸਾਹਿਬਾਨ, 11 ਭੱਟ, ਜਿਨ੍ਹਾਂ ਨੇ ਭਗਤੀ ਕੀਤੀ ਹੈ, ਸਿਮਰਨ ਕੀਤਾ। ਇਹਨਾਂ ਨਾਲ ਰਾਬਤਾ ਪੈਦਾ ਕਰੋ, ਆਪ ਸਹਿਜ ਪਾਠ ਕਰੋ, ਬਾਣੀ ਪੜ੍ਹੋ। ਤੇ ਜਦੋਂ ਬਾਣੀ ਪੜ੍ਹਾਂਗੇ ਇਹਨਾਂ ਭਗਤਾਂ ਦੇ ਨਾਲ ਸਾਡੀ ਸਾਂਝ ਹੋਏਗੀ ਨਾ, ਗੁਰੂ ਸਾਹਿਬਾਨ ਦੇ ਨਾਲ ਸਾਡੀ ਸਾਂਝ ਬਣੇਗੀ। ਹੁਣੇ ਹੀ ਬਚਨ ਪੜ੍ਹਿਆ ਸੀ ਨਾ ਭਾਈ ਸਾਹਿਬ ਜੀ ਨੇ, ਜਦੋਂ ਹੁਕਮ ਲਿਆ ਸਤਿਗੁਰ ਕੀ ਜਿਸਨੋ ਮਤਿ ਆਵੈ ਸੋ ਸਤਿਗੁਰ ਮਾਹੇ ਸਮਾਨਾ। ਇਹ ਬਾਣੀ ਜੋ ਜਿਉ ਜਾਣੈ ਤਿਸ ਅੰਤਰ ਰਵੇ ਹਰਨਾਮਾ। ਸਾਨੂੰ ਭਟਕਣ ਦੀ ਜ਼ਰੂਰਤ ਨਹੀਂ। ਇੱਕ ਅਕੀਦਾ ਬਣਾ ਲਓ ਆਪਣੀ ਜ਼ਿੰਦਗੀ ਵਿੱਚ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਾਹਮਣੇ ਮਸਲਾ ਆਇਆ ਵੀ ਰੱਬ ਦੀ ਭਗਤੀ ਕਿੰਨੀ ਜ਼ਰੂਰੀ ਹੈ, ਜਿਹੜਾ ਨਹੀਂ ਕਰਦਾ ਉਹਦੀ ਹਾਲਤ ਕੀ ਹੈ। ਸਤਿਗੁਰੂ ਜੀ ਨੇ ਉਹਦੇ ਪਰਥਾਏ ਬਚਨ ਉਚਾਰਨ ਕੀਤਾ ਵੀ ਜਿਹੜਾ ਬੰਦਾ ਇਨਸਾਨ ਬਣਨ ਤੋਂ ਬਾਅਦ, ਇਨਸਾਨ ਪੈਦਾ ਹੋਣ ਤੋਂ ਬਾਅਦ ਭਗਤੀ ਨਹੀਂ ਨਾ ਕਰਦਾ, ਉਹਦੀ ਹਾਲਤ ਕਿੱਦਾਂ ਦੀ, ਕਿਹੜੀ ਜੂਨ 'ਚ ਜ਼ਿੰਦਗੀ ਬਤੀਤ ਕਰ ਰਿਹਾ ਹੈ। ਏਕ ਭਗਤ ਭਗਵਾਨ ਜੇ ਪ੍ਰਾਨੀ ਕੈ ਨਾਹੇ ਮਨ, ਜੈਸੇ ਸੂਕਰ ਸੁਆਨ, ਨਾਨਕ ਮਾਨੋ ਤਾਹੇ ਤਨ। ਹੁਣ ਫੈਸਲਾ ਦੇਖੋ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਜਦੋਂ ਕਿਸੇ ਜਗਿਆਸੂ ਨੇ ਆ ਕੇ ਪੁੱਛਿਆ ਵੀ ਸੱਚੇ ਪਾਤਸ਼ਾਹ ਮੈਨੂੰ ਦੱਸੋ ਮੈਂ ਭਗਤੀ ਕਿਵੇਂ ਕਰਨੀ, ਸਿਮਰਨ ਕਿਵੇਂ ਕਰਨਾ ਹੈ, ਹਰ ਕਾ ਨਾਮ ਧਿਆਈਆ ਕਿਵੇਂ ਕਰਨਾ ਹੈ,
ਸਤਿਗੁਰੂ ਨੇ ਕਿਸੇ ਉੱਥੇ ਮਹਾਂਪੁਰਖ ਦੀ ਐਗਜ਼ਾਮਪਲ ਨਹੀਂ ਦਿੱਤੀ, ਕਿਸੇ ਬ੍ਰਹਮ ਗਿਆਨੀ ਦੀ ਐਗਜ਼ਾਮਪਲ ਨਹੀਂ ਦਿੱਤੀ, ਕਿਸੇ ਹੋਰ ਗੱਲ ਨੂੰ ਨਹੀਂ ਕੀਤਾ, ਮਨੁੱਖ ਦੀ ਐਗਜ਼ਾਮਪਲ ਨਹੀਂ ਦਿੱਤੀ। ਸਤਿਗੁਰੂ ਨੇ ਐਗਜ਼ਾਮਪਲ ਬੜੀ ਕਮਾਲ ਦੀ ਦਿੱਤੀ। ਇਹੋ ਜਿਹਾ ਜਾਨਵਰ ਜਿਹੜਾ ਨਾ ਪੰਜਾਬੀ ਜਾਣਦਾ, ਨਾ ਹਿੰਦੀ ਜਾਣਦਾ, ਨਾ ਸਾਡੇ ਵਾਂਗੂ ਕੋਈ ਧਾਰਮਿਕ ਭੇਖ ਪਾ ਸਕੇ, ਨਾ ਤੀਰਥ ਯਾਤਰਾ ਕਰ ਸਕੇ, ਪਰ ਉਹਦਾ ਇੱਕ ਗੁਣ ਹੈ ਫੇਥਫੁਲ ਹੋਣ ਦਾ, ਵਫਾਦਾਰੀ ਕਰਨ ਦਾ, ਆਪਣੇ ਆਪ ਨੂੰ ਸਮਰਪਿਤ ਕਰਨ ਦਾ। ਸਤਿਗੁਰੂ ਕਹਿੰਦੇ ਜੇ ਵਿਧੀ ਮੰਗਦੇ ਹੋ ਨਾ ਵੀ ਰੱਬ ਦਾ ਸਿਮਰਨ ਕਰਨ ਦੀ ਵਿਧੀ ਕੀ ਹੈ, ਤਰੀਕਾ ਕੀ ਹੈ, ਤੇ ਸਤਿਗੁਰੂ ਕਹਿੰਦੇ ਫਿਰ ਮੈਂ ਆਖਾਂਗਾ ਸੁਆਮੀ ਕੋ ਗ੍ਰਹਿ ਜਿਉ ਸਦਾ ਸਵਾਨ ਤਜਤ ਨਹੀਂ ਨਿਤ, ਨਾਨਕ ਇਹ ਵਿਧ ਹਰ ਭਜੋ ਇੱਕ ਮਨ ਹੋਏ ਇੱਕ ਚਿੱਤ। ਕਹਿੰਦੇ ਇਹ ਤੋਂ ਉੱਪਰ ਕੋਈ ਵਿਧੀ ਨਹੀਂ। ਆਪਣੇ ਆਪ ਨੂੰ ਡੈਡੀਕੇਟ ਕਰ ਦਿਓ, ਗੁਰੂ ਦੇ ਅੱਗੇ ਸਮਰਪਿਤ ਕਰ ਦਿਓ। ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗੈ ਮੇਰਾ। ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨਾਉ, ਗਲੇ ਹਮਾਰੇ ਜੇਵਰੀ ਜਾਂ ਖਿੰਚੈ ਤੈ ਜਾਉ। ਆਹ ਹੈ ਵਿਧੀ ਜੋ ਸਾਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਸਮਝਾਈ। ਨਾ ਉੱਥੇ ਗਿਣਤੀਆਂ ਮਿਣਤੀਆਂ ਦੀ ਗੱਲ ਕੀਤੀ, ਨਾ ਯਾਤਰਾਵਾਂ ਦੀ ਗੱਲ ਕੀਤੀ, ਨਾ ਕੋਈ ਹੋਰ ਗੱਲ ਕੀਤੀ। ਸਤਿਗੁਰੂ ਕਹਿੰਦੇ ਬੜਾ ਸੌਖਾ ਜੀਵਨ, ਉਹਦੀ ਨਕਲ ਮਾਰ ਲਓ, ਆਪਣੇ ਅੰਦਰ ਉਹ ਗੁਣ ਪੈਦਾ ਕਰ ਲਓ, ਵਫਾਦਾਰੀ ਪੈਦਾ ਕਰ ਲਓ, ਫੇਥਫੁਲ ਹੋ ਜਾਓ, ਆਪਣੇ ਗੁਰੂ ਦੇ, ਆਪਣੇ ਗੁਰੂ ਪ੍ਰਤੀ ਸਮਰਪਿਤ ਕਰ ਦਿਓ ਆਪਣੇ ਆਪ ਨੂੰ। ਸੁਆਮੀ ਕੋ ਗ੍ਰਹਿ ਜਿਉ ਸਦਾ ਸਵਾਨ ਤਜਤ ਨਹੀਂ ਨਿਤ, ਨਾਨਕ ਇਹ ਵਿਧ ਹਰ ਭਜੋ ਇੱਕ ਮਨ ਹੋਏ ਇੱਕ ਚਿੱਤ। ਹਰ ਕਾ ਨਾਮ ਧਿਆਈਐ ਆਹ ਵਿਧੀ, ਹਰੀ ਦੇ ਨਾਮ ਨੂੰ ਧਿਆਉਣ ਦੀ, ਜਪਣ ਦੀ, ਸਮਝਣ ਦੀ। ਕਿੱਥੇ ਜਪਾਂਗੇ ਬੈਠ ਕੇ? ਸਾਨੂੰ ਸਿੱਖਿਆ ਕਿੱਥੋਂ ਪ੍ਰਾਪਤ ਹੋਏਗੀ? ਸਾਨੂੰ ਜੀਵਨ ਜਾਚ ਕਿੱਥੋਂ ਪ੍ਰਾਪਤ ਹੋਏਗੀ? ਸਤਿਗੁਰੂ ਕਹਿੰਦੇ ਉਹ ਅਦਾਰਾ ਹੈ ਸਤ ਸੰਗਤ ਮੇਲ ਮਿਲਾਏ। ਗੁਰੂ ਦੀ ਜੋ ਸਤ ਸੰਗਤ ਹੈ ਨਾ, ਉਹਦੇ ਨਾਲ ਮਿਲਾਪ ਕਰੋ, ਉੱਥੋਂ ਨਾ ਭਗੌੜੇ ਹੋਵੋ। ਅੱਜ ਟੀਵੀ ਦੇ ਉੱਤੇ ਕਥਾ ਆ ਰਹੀ ਹੈ, ਕੀਰਤਨ ਆ ਰਿਹਾ, ਮੁਬਾਰਕ ਹੈ, ਬਹੁਤ ਵੱਡੇ ਯਤਨਾਂ ਤੋਂ ਬਾਅਦ ਸਾਨੂੰ ਪ੍ਰਾਪਤੀ ਹੋਈ। ਸਾਨੂੰ ਇਹ ਘਰ ਬੈਠਿਆਂ ਸਾਧਨ ਪ੍ਰਾਪਤ ਹੋਏ, ਰੱਬ ਦਾ ਸ਼ੁਕਰ ਕਰਨਾ ਚਾਹੀਦਾ ਹੈ। ਲੇਕਿਨ ਇਹਦੇ ਨਾਲ ਇੱਕ ਨੁਕਸਾਨ ਵੀ ਹੋ ਗਿਆ, ਗੁਰਦੁਆਰੇ ਖਾਲੀ ਹੋ ਗਏ। ਅੰਮ੍ਰਿਤ ਵੇਲੇ ਕਈ ਗੁਰਦੁਆਰਿਆਂ ਵਿੱਚ ਕੇਵਲ ਤਾਬਿਆ ਬੈਠਣ ਵਾਲਾ ਸਿੰਘ ਜੇ ਹੋਵੇ, ਖਿਮਾ ਕਰਨਾ ਮੈਨੂੰ, ਤੇ ਨਾਲ ਕੀਰਤਨੀਏ 3 ਸਿੰਘ ਜੇ ਉਹ ਬੈਠੇ ਨੇ, ਤੇ ਕਿਤੇ ਕਿਤੇ ਬਿਰਲਾ ਕੋਈ ਜਗਿਆਸੂ ਬੈਠਾ ਹੋਵੇ, ਵੱਖਰੀ ਗੱਲ ਹੈ। ਇਸ ਕਰਕੇ ਇਹਦੇ ਵੱਲ ਧਿਆਨ ਦਿਓ। ਲੱਖਾਂ ਕਰੋੜਾਂ ਰੁਪਏ ਖਰਚ ਕਰਕੇ ਅਸੀਂ ਗੁਰੂ ਘਰ ਬਣਾਏ ਤੇ ਰੋਜ਼ ਅਰਦਾਸ ਕਰਦੇ ਹਾਂ, ਹੁਣ ਵੀ ਅਰਦਾਸ ਕਰਨੀ। ਚੌਂਕੀਆਂ, ਝੰਡੇ, ਬੁੰਗੇ ਜੁਗੋ ਜੁਗ ਅਟਲ, ਇਹਨਾਂ ਨੂੰ ਖਾਲੀ ਨਾ ਕਰੋ, ਕਿਉਂਕਿ ਗੁਰੂ ਕੀ ਸੰਗਤ ਵਿੱਚ ਰਹਿ ਕੇ ਸਾਨੂੰ ਡਿਸਿਪਲਿਨ ਮਿਲਣਾ, ਸਾਨੂੰ ਰਹਿਣੀ ਪ੍ਰਾਪਤ ਹੋਣੀ, ਸਾਨੂੰ ਜੀਵਨ ਜਾਚ ਪ੍ਰਾਪਤ ਹੋਣੀ। ਸਤ ਸੰਗਤ ਸਤਿਗੁਰ ਚਟਸਾਲ ਹੈ, ਜਿਤ ਹਰ ਗੁਣ ਸਿੱਖਾਂ। ਸਾਡੀ ਚਾਟਸ਼ਾਲਾ ਹੈ, ਸਾਡੀ ਪਾਠਸ਼ਾਲਾ ਹੈ। ਸਤ ਸੰਗਤ ਕੈਸੀ ਜਾਣੀ ਹੈ? ਜਿੱਥੇ ਏਕੋ ਨਾਮ ਬਖਾਣੀ ਹੈ, ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਕਿਰਪਾਲਤਾ ਕੀਤੀ, ਇਹ ਰਹਿਮਤ ਕੀਤੀ, ਬਖਸ਼ਿਸ਼ ਕੀਤੀ ਸਾਡੇ ਉੱਤੇ ਕਿ ਹਰ ਕਾ ਨਾਮ ਧਿਆਈਐ ਕਿਵੇਂ? ਸਤ ਸੰਗਤ ਮੇਲ ਮਿਲਾਏ। ਆਪਣਾ ਰਾਬਤਾ, ਆਪਣਾ ਸੰਬੰਧ ਗੁਰੂ ਕੀ ਸੰਗਤ ਨਾਲ ਪੈਦਾ ਕਰੋ, ਕੁਸੰਗਤ ਤੋਂ ਬਚ ਕੇ ਰਹੋ। ਜੇ ਲੱਖ ਇਸਤਰੀਆਂ ਭੋਗ ਕਰੇ ਨਵਖੰਡ ਰਾਜ ਕਮਾਹੇ। ਸਤਿਗੁਰੂ ਕਹਿੰਦੇ ਜੇ ਕੋਈ ਮਨੁੱਖ ਸੰਬੋਧਨ ਕਰਕੇ ਗੱਲ ਕਰੇ, ਹੇ ਮਨੁੱਖ, ਜੇ ਤੂੰ ਕਾਮ ਵਾਸ਼ਨਾ ਦੀ ਪੂਰਤੀ ਵਾਸਤੇ ਲੱਖਾਂ ਇਸਤਰੀਆਂ ਭੋਗ ਕਰੇ, ਨਵਖੰਡ ਰਾਜ ਕਮਾਹੇ, ਤੇ ਆਪਣੀ ਜ਼ਿੰਦਗੀ ਵਿੱਚ ਐਸ਼ੋ ਇਸ਼ਰਤ ਕਰਨ ਵਾਸਤੇ, ਸੁੱਖ ਦਾ ਜੀਵਨ ਧਾਰਨ ਕਰਨ ਵਾਸਤੇ, ਜੀਵਨ ਵਾਸਤੇ 9 ਖੰਡਾਂ ਦਾ ਰਾਜ ਤੈਨੂੰ ਪ੍ਰਾਪਤ ਹੋ ਜਾਏ, ਉਮਰ ਲੰਮੀ ਹੋ ਜਾਏ। ਜੇ ਜੁਗ ਚਾਰੇ ਆਰਜਾ ਹੋਰ ਦਸੁਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੇ ਸਭ ਕੋਏ। ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੈ, ਜੇ ਤਿਸ ਨਜ਼ਰ ਨਾ ਆਵੇ ਤਾਂ ਬਾਤ ਨਾ ਪੁੱਛੈ ਕਿ ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ। ਉਹ ਫਿਰ ਦੋਸ਼ੀਆਂ ਦਾ ਵੱਡਾ ਦੋਸ਼ੀ ਬਣ ਜਾਂਦਾ ਹੈ। ਰੱਬ ਦੀ ਨਜ਼ਰ ਵਿੱਚ ਕੇਵਲ ਕੀੜੇ ਦੇ ਮਾਤਰ ਬਣਦਾ ਉਹ ਬੰਦਾ, ਕਿੱਡਾ ਚਾਹੇ ਬਾਦਸ਼ਾਹ ਹੋਵੇ। ਖਸਮੈ ਨਜ਼ਰੀ ਕੀੜਾ ਆਵੇ ਜੇ ਤੇ ਚੁੱਗੈ ਦਾਣੇ। ਇਸ ਕਰਕੇ ਸਤਿਗੁਰੂ ਕਹਿੰਦੇ ਆਪਣੀ ਜ਼ਿੰਦਗੀ ਵਿੱਚ ਤੂੰ ਇਹਨਾਂ ਕੁਕਰਮਾਂ ਤੋਂ ਬਚਣ ਦਾ ਯਤਨ ਕਰ। ਜੇ ਲੱਖ ਇਸਤਰੀਆਂ ਭੋਗ ਕਰੇ ਨਵਖੰਡ ਰਾਜ ਕਮਾਹੇ, ਬਿਨ ਸਤਿਗੁਰ ਸੁਖ ਨਾ ਪਾਵੇ ਫਿਰ ਜੋਨੀ ਪਾਹੇ। ਤੇ ਤੈਨੂੰ ਇਹ ਸਾਰਾ ਕੁਝ ਪ੍ਰਾਪਤ ਕਰਨ ਤੋਂ ਬਾਅਦ ਵੀ ਨਾ ਸੱਚੇ ਗੁਰੂ ਦੀ ਕਿਰਪਾ ਤੋਂ ਬਿਨਾਂ, ਸੱਚੇ ਗੁਰੂ ਦੀ ਸ਼ਰਨ ਤੋਂ ਬਿਨਾਂ ਤੈਨੂੰ ਸੁੱਖ ਦੀ ਪ੍ਰਾਪਤੀ ਨਹੀਂ ਹੋਣੀ, ਆਤਮਿਕ ਸੁੱਖ ਨਹੀਂ ਪ੍ਰਾਪਤ ਕਰ ਸਕੇਗਾ। ਫਿਰ ਜੋਨੀ ਪਾਹੇ, ਮੁੜ ਕੇ ਤੂੰ ਫਿਰ ਜੋਨੀਆਂ ਵਿੱਚ ਹੀ ਪਏਗਾ, ਮੁੜ ਕੇ ਭਟਕਣਾ ਵਿੱਚ ਪਏਗਾ, ਜਨਮ ਮਰਨ ਦੇ ਗੇੜ ਵਿੱਚ ਪਏਗਾ। ਇਸ ਕਰਕੇ ਸਤਿਗੁਰੂ ਦੀ ਸ਼ਰਨ ਵਿੱਚ ਆ। ਤੇ ਸਤਿਗੁਰੂ ਦੀ ਸ਼ਰਨ ਅਸੀਂ ਰੋਜ਼ ਵੀ ਆਉਂਦੇ ਆ।
गुरु की हजूरी च आके बैठना, ये गुरु की शरण है। आके अरदास करनी, ठाकुर तुम शरणाई आया, उतर गए हो मेरे मन का संसा जब ते दर्शन पाया। लेकिन असल में गुरु वाले बनने का तरीका की दिता पंथ ने? गुरु ग्रंथे गुरु पंथ की हजूरी च जाके अमृत पान करना, जो सानू नितनेम दिता वो करना, निता प्रति गुरु की संगत में आके शामिल होना, समा कढ़ के सहज पाठ करना और चंगे गुण धारण करने, मनुखता की सेवा वास्ते तत्पर रहना। सतगुरु पातशाह जी के ये जिहड़े सिद्धांत ने, इनू अपने जीवन में अपना के तुरीए। फिर अपना भेख, अपनी आइडेंटिटी, पंज ककार, दस्तार, जिहदे नाल सानू सरदार जी लोग कै संबोधन कहते हैं ने, असीं बाकियां वर्गे मिल जावांगे। जिवें भेडां च रल के शेर भी भेड़ ही बन जाता ना, इवें फिर साडी हालत उस तरह की होएगी। इस करके अपनी दस्तार की, अपने पहरावे की संभाल करनी, अपनी पहचान वास्ते अपने सिंह ते कौर की संभाल करनी, अपनी पहचान वास्ते, अपनी होंद नूं बचाउण वास्ते बिन सतगुर सुख ना पावे। ये सानू सोझी कित्थों प्राप्त नहीं, गुरु दे शरण विच आके प्राप्त होनी। फिर जोनी पाहे हर हार कंठ जी नहीं पहिरिया, गुर चरणी चित लाए। जिन्हां ने अपनी जिंदगी विच प्रभु का सिमरन करके हरि का नाम रूपी हार जिहड़ा है, सिमरन रूपी हार जिहड़ा है, वो कंठ विच गले विच पहन लिया ते गुरु चरणां नाल अपना चित जोड़ लिया। गुरु चरण की ने हुण? हिरदै चरण शब्द सतगुर को, नानक बांधिओ पाल। गुरु का शब्द हिरदे च वसाया, गुरु के शब्द विच अपनी सुरत जोड़ लई। उन्होंने अपने गुरु शब्द रूपी चरणां नूं चित विच वसा लिया, गुरु शब्द रूपी चरणां विच चित जोड़ लिया। फिर की होया? की जिंदगी प्राप्त हो गई? सतगुरु कहते तिन्हां पिछे रिद्ध सिद्ध फिरै, उन्हां तिल ना तमाए। ये रिद्धियां सिद्धियां की प्राप्ति वास्ते जिथे लोग धक्के खांदे फिरदे है कि असीं बहुत बड़ा काम किया, 12 साल 13 साल 15 साल। कलगीधर पातशाह जी पौंटा साहब सुभाएमान, रोज़ाना कवि दरबार हो रहे हैं, जोधे तैयार किए जा रहे हैं। पहाड़ी राजे सोच रहे असीं तहस नहस कर देना पौंटा साहब नूं जदों लंघ के जावांगे, जदों बेटे की शादी की बरात जाएगी। लेकिन सतगुरु ने वो आसां पूरियां नहीं होण दित्तियां उन्हां लोकां दीयां। भगाणी का युद्ध भी उत्थे जित्तिया, जो पहला जंग सी गुरु साहब के जीवन का। ते एक दिन जोगी आ गया गुरु साहब जी दे कोल, ते गुरु साहब नूं संबोधन करके कहण लगा, चैलेंज करके कहण लगा, मैं 12 साल एक लत्त पार खड़ के तपस्या की है, तो मैं जमुना नदी तुर के पार कर सकदा। तुसीं आओ मेरा मुकाबला करने वास्ते, जां अपना कोई सिंह भेजो मेरा मुकाबला करे, नदी पार करे, दरिया नूं पार करे। सतगुरु मुस्कुराए, बड़े सहज ना उठे, सिखां नूं नाल लिया, जोगी नूं नाल लिया। कहंदे जोगी जी आओ चलीए। बड़े अदब नाल मलाह नूं सद्दिया, बेड़ी च बह गए, जोगी भी नाल बह गया, आप भी बह गए, सिंह भी बह गए। दूजे किनारे जाके कहंदे बेटा किन्ना किराया तेरा? कहण लगा 1 टका दे दिओ किरपा करके। सतगुरु कहण लगे जोगी जिहड़ी तू 12 साल झक मारी मैं टके च काम कीता हो, तेरे 12 साल की तपस्या का मुल जिहड़ा केवल 1 टका है। साडी नज़र विच टका मात्र है। सिद्ध होवां सिद्ध लाई, रिद आखां आओ, गुप्त प्रगट होए वैसा लोक राखै भाओ। मत देख भूलां बिसरै, तेरा चित ना आवे नाओ। गुरु नानक साहब जी नूं पानी लैण भेजिया ते छप्पड़ सुका दिता पानी का करामात नाल, हीरे जवारत पैदा करते। गुरु नानक पातशाह वापस आ गए, कहंदे पानी ले आए हो? कहंदे पानी है नहीं सी उत्थे। वो सोचते सी साड़ियाँ बड़ियां बड़ाइयां करनगे भी हीरे जवारत पैदा करते, मोती पैदा करते। कहंदे होर की सी? सतगुरु कहंदे मैनूं की पता होर की सी उत्थे, मैं नहीं वेखिया। एडी कमाल की दृष्टि, एडी कमाल की निर्लेपता। अपने जीवन दे विच छोटे छोटे बच्चों नूं मावां नूं किड्डे लालच दिते गए, जिन्हां ਸਿੰਘਾਂ ਸਿੰਘਣੀਆਂ ने धर्मे सीस दिते, बंद बंद कटाए, खोपरियां लोहाइयां, चरखड़ियां ते चढ़े। ये कौन लोग ने जिन्हां दे विच ये किरपा हो चुकी है? तिन्हां पिछे रिद्ध सिद्ध फिरै, उन्हां तिल ना तमाए। उन्हों तिल मात्र भी तमा नहीं उन्हां दे अंदर। की मजाल है कि धर्म की तब्दीली कर देण, जिवें अजकल असीं भज्जे फिरदे हां लोकां दे पिछे। की मजाल है जीवन दे विच कोई अडोलता पैदा हो जाए जीवन दे विच, कि अपनी जिंदगी विच डोल जाण हो। एडा अडोलता भरिया जीवन है। डंडौत बंधन अनक बार सर्व कला समर्थ, डोलन ते राखो प्रभु नानक दे कर हथ। ये कदों प्राप्त हुंदी है? जदों हर हार कंठ जी नहीं पहिरिया, गुर चरणी चित लाए, तिन्हां पिछे रिद्ध सिद्ध फिरै, उन्हां तिल ना तमाए।
ਜੋ ਪ੍ਰਭ ਭਾਵੈ ਸੋ ਥੀਐ ਅਵਰ ਨ ਕਰ ਨਾ ਜਾਏ। ਸਤਿਗੁਰੂ ਕਹਿੰਦੇ ਸਾਡਾ ਚਾਰਾ ਵੀ ਕੀ ਹੈ, ਕਿਉਂਕਿ ਜੋ ਪ੍ਰਭੂ ਨੂੰ ਭਾਉਂਦਾ ਨਾ ਸੋ ਥੀਐ, ਉਹੀ ਹੋਵੇਗਾ, ਅਵਰ ਨਾ ਕਰਨਾ ਜਾਏ। ਅਸੀਂ ਕੁਛ ਨਹੀਂ ਕਰ ਸਕਦੇ। ਕਬੀਰ ਸਾਹਿਬ ਕਹਿੰਦੇ ਜੋ ਮੈਂ ਚਿਤਵੋਂ ਨਾ ਕਰੈ, ਕਿਆ ਮੇਰੇ ਚਿਤਵੇ ਹੋਏ, ਆਪਣਾ ਚਿਤਵਿਆ ਹਰ ਕਰੈ, ਜੋ ਮੇਰੇ ਚਿਤ ਨਾ ਹੋਏ। ਜੋ ਸਾਡੇ ਚੇਤਾ ਵੀ ਨਾ ਹੁੰਦਾ ਰੱਬ ਉਹ ਕਰਾ ਦਿੰਦਾ। ਫਿਰ ਗੁਰੂ ਅਮਰਦਾਸ ਜੀ ਨੇ ਕਿਰਪਾ ਕੀਤੀ, ਕਹਿੰਦੇ ਚਿੰਤਾ ਵੀ ਆਪ ਕਰਾਏ ਸੀ। ਉਹ ਸਾਡੇ ਅੰਦਰ ਚਿੰਤਾ ਦਾ ਗੁਣ ਵੀ ਉਹਨੇ ਪਾਇਆ ਤਾਂ ਕਿ ਅਸੀਂ ਆਪਣੇ ਫਰਜ਼ਾਂ ਵਾਸਤੇ ਉਦਮ ਕਰ ਸਕੀਏ। ਚਿੰਤਾ ਵੀ ਆਪ ਕਰਾਏ ਸੀ, ਅਚਿੰਤ ਵੀ ਆਪੇ ਦੇ, ਤੇ ਆਪੇ ਬਖਸ਼ਿਸ਼ ਕਰਕੇ ਸਾਡੇ ਜੀਵਨ ਨੂੰ ਅਚਿੰਤ ਕਰਦਾ ਹੈ। ਨਾਨਕ ਸੋ ਸਲਾਹੀਐ ਜੋ ਸਭਨਾ ਸਾਰ ਕਰੇ। ਸਾਡਾ ਕੰਮ ਕੇਵਲ ਇੰਨਾ ਕਿ ਜਿਸ ਪ੍ਰਮਾਤਮਾ ਨੇ ਸਾਡੀ ਸਾਰ ਲੈਣੀ ਹੈ ਨਾ, ਜਿਸ ਨੇ ਵਿਸ਼ਵ ਨੂੰ ਪੈਦਾ ਕੀਤਾ, ਜੀਵਾਂ ਦਾ ਪ੍ਰਬੰਧ ਕੀਤਾ, ਸਾਡਾ ਪ੍ਰਬੰਧ ਕੀਤਾ ਹੈ, ਅਸੀਂ ਕੇਵਲ ਉਹਦੀ ਸਿਫਤ ਸਲਾਹ ਕਰਨੀ। ਜੋ ਪ੍ਰਭ ਭਾਵੈ ਸੋ ਥੀਐ ਅਵਰ ਨਾ ਕਰਨਾ ਜਾਏ। ਜਨ ਨਾਨਕ ਜੀਵੈ ਨਾਮ ਲੈ ਹਰ ਦੇਵੋ ਸਹਿਜ ਸੁਭਾਏ। ਸਤਿਗੁਰੂ ਕਹਿੰਦੇ ਦਾਸ ਨਾਨਕ ਤੇਰਾ ਨਾਮ ਲੈ ਕੇ ਆਤਮਿਕ ਜੀਵਨ ਪ੍ਰਾਪਤ ਕਰਦਾ ਹੈ। ਆਖਾਂ ਜੀਵਾਂ ਬਿਸਰੈ ਮਰ ਜਾਉ, ਆਖਣੇ ਔਖਾ ਸਾਚਾ ਨਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥਕੇ ਕੀਮਤ ਨੇ ਪਾਈ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਮੇਰੇ ਤੇ ਕਿਰਪਾ ਕਰੋ, ਮੈਨੂੰ ਇਹ ਨਾਮ ਦੀ ਦਾਤ ਪ੍ਰਾਪਤ ਹੋ ਜਾਏ। ਜਨ ਨਾਨਕ ਜੀਵੈ ਨਾਮ ਲੈ ਹਰ ਦੇਵੋ ਸਹਿਜ ਸੁਭਾਏ। ਮੇਰੇ ਅੰਦਰ ਸਹਿਜ ਅਡੋਲਤਾ ਪੈਦਾ ਹੋ ਜਾਏ। ਸੁਭਾਏ ਦਾ ਅਰਥ ਹੈ ਸੋਹਣਾ ਪਿਆਰ ਪੈਦਾ ਹੋ ਜਾਏ। ਐਸਾ ਨਾ ਹੋਵੇ ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ। ਕੀ ਕਰਨਾ ਸੇਤੀ ਖੁਸ਼ੀ ਸਵਾਰੀ ਹੈ, ਨਾਨਕ ਕਾਰਜ ਸਾਰ। ਇਸ ਕਰਕੇ ਪ੍ਰਭੂ ਦਾ ਸਿਮਰਨ ਕਰਨਾ, ਸਿਮਰਨ ਕਰਨ ਤੋਂ ਬਾਅਦ ਆਪਣੇ ਅੰਦਰ ਹੰਕਾਰ ਨਹੀਂ ਪੈਦਾ ਕਰਨਾ, ਬਲਕਿ ਕਬੀਰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ, ਜਤ ਦੇਖੋ ਤਤ ਤੂੰ। ਜਦੋਂ ਅਸੀਂ ਰੱਬ ਦੀ ਸਿਮਰਨ ਕਰਨ ਵਾਲੀ ਗੱਲ ਨੂੰ ਸਮਝ ਕੇ ਮਨੁੱਖਤਾ ਵਿੱਚੋਂ ਉਸ ਰੱਬ ਨੂੰ ਵੇਖਾਂਗੇ, ਫਿਰ ਫਰੀਦਾ ਖਾਲਕ ਖਲਕ ਮੈਂ ਖਲਕ ਵਸੇ ਰੱਬ ਮਾਹੇ। ਮੰਦਾ ਕਿਸ ਨੂੰ ਆਖੀਐ ਜਾਂ ਤਿਸ ਬਿਨ ਕੋਈ ਨਾਹੇ, ਬੁਰਾ ਭਲਾ ਕੋ ਕਿਸ ਨੂੰ ਕਹੀਏ ਸਗਲੇ ਜੀ ਤੁਮਾਰੇ। ਫਿਰ ਅਸੀਂ ਉਹਨਾਂ ਦੀ ਸੇਵਾ ਵਾਸਤੇ ਵੀ ਤਤਪਰ ਹੋਵਾਂਗੇ, ਵੰਡ ਕੇ ਛਕਾਂਗੇ, ਮਨੁੱਖਤਾ ਦੀ ਸੇਵਾ ਕਰਾਂਗੇ। ਇਸ ਕਰਕੇ ਸਤਿਗੁਰੂ ਕਹਿੰਦੇ ਆਪਣੀ ਜ਼ਿੰਦਗੀ ਵਿੱਚ ਜਾਂ ਨਾਨਕ ਜੀਵੈ ਨਾਮ ਲੈ ਹਰ ਦੇਵੋ ਸਹਿਜ ਸੁਭਾਏ। ਸਹਿਜ ਦਾ ਭਾਵ ਅਡੋਲਤਾ, ਸੁਭਾਏ ਦਾ ਅਰਥ ਹੈ ਸੋਹਣਾ ਪਿਆਰ। ਮੇਰੇ ਤੇ ਬਖਸ਼ਿਸ਼ ਕਰੋ, ਸਤਿਗੁਰੂ ਕਿਰਪਾ ਕਰੇ, ਇਹ ਜੀਵਨ ਜਾਤ ਸਾਨੂੰ ਪ੍ਰਾਪਤ ਹੋ ਜਾਏ। ਮਨ ਰੇ ਗ੍ਰਹਿ ਮਾਹੇ ਉਦਾਸ, ਸੱਚ ਸੰਜਮ ਕਰਨੀ ਸੋ ਕਰੇ, ਗੁਰਮੁਖ ਹੋਏ ਪ੍ਰਗਾਸ। ਮੇਰੀਆਂ ਭੁੱਲਾਂ ਮੇਰੀਆਂ ਸਮਝ ਕੇ ਖਿਮਾ ਕਰ ਦੇਣੀਆਂ, ਤੇ ਗੁਰੂ ਕੇ ਬਚਨ ਗੁਰੂ ਕੇ ਸਮਝ ਕੇ ਆਪਣੇ ਹਿਰਦੇ 'ਚ ਵਸਾ ਲੈਣੇ, ਤਾਂ ਕਿ ਭਰੀ ਹਾਜ਼ਰੀ ਗੁਰੂ ਦੇ ਦਰ ਤੇ ਪ੍ਰਵਾਨ ਹੋ ਸਕੇ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨਵਾਦ, ਇੱਥੋਂ ਦੇ ਸਟਾਫ ਦਾ ਧੰਨਵਾਦ, ਆਪ ਸੰਗਤਾਂ ਦਾ ਧੰਨਵਾਦ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ। ਜੋ ਆਪ ਜੀ ਸਹਿਯੋਗ ਬਖਸ਼ਿਸ਼ ਕਰਦੇ ਹੋ ਕਾਲਜ ਨੂੰ, ਉਹਦਾ ਧੰਨਵਾਦ। ਅੱਗੋਂ ਆਸ ਕਰਦਾ ਹੋਇਆ ਸਹਿਯੋਗ ਦੀ ਆਪ ਜੀ ਦੇ ਨਾਲ ਫਤਿਹ ਦੀ ਸਾਂਝ ਕਰਦਾ ਹਾਂ। ਬਖਸ਼ੋ ਆਸ਼ੀਰਵਾਦ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ।